ਸਿੱਧੂ ਸਾਹਿਬ, ਤੁਹਾਨੂੰ ਆਮ ਕਰਕੇ ਨਾ ਪਾਖੰਡਵਾਦ ਤੇ ਪੁਜਾਰੀਵਾਦ ਤੇ ਬੜੀ ਤਕੜੀ ਚੋਟ ਕਰਦੇ ਹੋ। ਹਾਂਜੀ। ਪਰ ਜਦੋਂ ਅਸੀਂ ਤੁਹਾਨੂੰ ਅਕਸਰ ਦੇਖਦੇ ਹਾਂ, ਤੁਹਾਡਾ ਲਾਈਵ ਇੱਕ ਸਥਾਨ ਤੇ ਖਾਸ ਪੋਜੀਸ਼ਨ ਦੇ ਵਿੱਚ ਚੌਂਕੜਾ ਮਾਰ ਕੇ ਕਰਦੇ ਹੋ। ਇਹਦਾ ਕੋਈ ਖਾਸ ਰੀਜ਼ਨ ਹੈ ਜਾਂ ਕਿਸੇ ਬਾਬੇ ਨੇ ਤਾਂ ਨਹੀਂ ਤੁਹਾਨੂੰ ਦੱਸਿਆ ਹੈ ਵੀ ਆਪਾਂ ਇਸ ਤਰ੍ਹਾਂ ਹੀ ਕਰਨਾ, ਇਹਦੇ ਨਾਲ ਸਫਲਤਾ ਮਿਲੇਗੀ? ਕੌਮ ਦੇ ਵਿੱਚ ਦੁਬਿਧਾ ਹੈ, ਬਖੇੜੇ ਪਏ ਹੋਏ ਨੇ, ਇਸ ਦਾ ਕਾਰਨ ਕੀ ਮੰਨਦੇ ਆ ਤੁਸੀਂ ਵੀ ਜਿਹੜਾ ਇੰਨਾ ਲੋਕੀ ਨਾ ਆਮ ਹਰ ਇੱਕ ਬੰਦਾ ਜਾ ਕੇ ਲਾਈਵ ਹੋ ਜਾਂਦਾ ਤੇ ਜਿਹੜੀਆਂ ਚੀਜ਼ਾਂ ਸਾਨੂੰ ਟੇਬਲ ਟਾਕ ਗੱਲਬਾਤ ਬਹਿ ਕੇ ਕਿਸੇ ਖਾਸ ਸਥਾਨ ਤੇ ਗੱਲਬਾਤ ਕਰਨੀ ਸੀ, ਸਾਰੇ ਸੋਸ਼ਲ ਮੀਡੀਆ ਤੇ ਆਏ ਹੋਏ ਆ। ਕੀ ਤੁਸੀਂ ਮੰਨਦੇ ਹੋ ਵੀ ਇਹ ਸਾਰੇ ਚੀਜ਼ਾਂ ਦਾ ਜਿਹੜੇ ਸਾਰੇ ਮੁੱਦੇ ਸੋਸ਼ਲ ਮੀਡੀਆ ਤੇ ਉਠਾਏ ਜਾ ਰਹੇ ਆ, ਉਸ ਤੇ ਹੱਲ ਹੋ ਸਕਦਾ ਹੈ? ਮੇਰੇ ਵਰਗਾ ਬੈਠਾ ਕੋਈ ਵੀ ਬੋਲ ਦਿੰਦਾ ਤੇ ਉਹਦੇ ਤੇ ਕੋਈ ਵੀ ਕਮੈਂਟ ਕਰ ਦਿੰਦਾ, ਹਰ ਕਿਸੇ ਨੂੰ ਐਂ ਲੱਗਦਾ ਮੈਂ ਐਕਸਪਰਟ ਆ, ਮੈਨੂੰ ਗੱਲ ਦਾ ਪਤਾ। ਪਰ ਇਹ ਅਸੀਂ ਭਰਮੀ ਪਾਲੀ ਬੈਠੇ ਹੁੰਦੇ ਆ। ਪਿਛਲੇ ਦਿਨ ਇੱਕ ਬਹੁਤ ਵੱਡੀ ਸਟੇਟਮੈਂਟ ਆਉਂਦੀ ਹੈ ਤੁਹਾਡੇ ਵੱਲੋਂ ਵੀ 267 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਨਾਗਪੁਰ ਚਲੇ ਗਏ। ਉਹ ਤੁਹਾਡੀ ਸਟੇਟਮੈਂਟ ਦੇ ਵਿੱਚ ਤੁਸੀਂ ਪ੍ਰੈਸ਼ਨ ਕੀਤਾ ਗਿਆ ਸੀ ਜਾਂ ਤੁਸੀਂ ਦੋਸ਼ ਲਾਇਆ ਸੀ? ਸਾਡਾ ਇਤਿਹਾਸ ਬਦਲਿਆ ਜਾ ਰਿਹਾ, ਸਾਡਾ ਸੱਭਿਆਚਾਰ ਬਦਲਿਆ ਜਾ ਰਿਹਾ, ਸਾਡੀ ਹੋਂਦ ਨੂੰ ਬਦਲਿਆ ਜਾ ਰਿਹਾ, ਸਾਡਾ ਫਲਸਫਾ ਬਦਲਿਆ ਜਾ ਰਿਹਾ, ਸਾਡਾ ਤੁਸੀਂ ਇਹ ਕਹਿ ਲਓ ਸਾਡਾ ਸਾਹਿਤ ਬਦਲਿਆ ਜਾ ਰਿਹਾ। ਹੁਣ ਸਾਡੇ ਗ੍ਰੰਥਾਂ ਤੇ ਗੱਲ ਜੇ ਆ ਗਈ, ਔਰ ਗ੍ਰੰਥਾਂ ਤੋਂ ਵੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੱਲ ਆ ਗਈ, ਫਿਰ ਸਾਡੇ ਪੱਲੇ ਕੀ ਰਹਿ ਗਿਆ? ਉਦੋਂ ਬਾਅਦ ਤਾਂ ਕੁਛ ਨਹੀਂ ਰਿਹਾ ਜੀ ਸਾਡੇ ਪੱਲੇ। ਚਲੋ ਮੈਂ ਕਹਿੰਦਾ ਗਲਤ ਹੱਥਾਂ 'ਚ ਨਹੀਂ ਗਏ, ਤੁਸੀਂ ਦੱਸੋ ਕਿੱਥੇ ਗਏ ਆ? ਤੁਸੀਂ ਇਹ ਜਵਾਬ ਦਿਓ ਵੀ ਜਿਹੜੇ ਦਰਵਾਜ਼ੇ ਉੱਥੋਂ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਨੂੰ ਲਾਏ ਸੀ, ਉਹ ਦਰਵਾਜ਼ੇ ਲਾ ਲਏ ਉੱਥੋਂ, ਅੱਜ ਤੱਕ ਉਹ ਦਰਵਾਜ਼ਿਆਂ ਦਾ ਜਵਾਬ ਹੀ ਨਹੀਂ ਦੇ ਰਹੇ। ਸਾਡੇ ਪੰਜਾਬ ਨੂੰ, ਉਹ ਗੁਰੂਆਂ ਦੇ ਨਾਂ ਤੇ ਵਸਦੀ ਹੈ ਧਰਤੀ, ਉਹਨੂੰ ਲੈ ਕੇ ਕਿੱਥੇ ਜਾ ਰਹੇ ਆ? ਹੁਣ ਕਿੰਨੀ ਦੇਰ ਅਸੀਂ ਚੁੱਪ ਬੈਠੇ ਰਹੀਏ, ਕਿੰਨੀ ਦੇਰ ਅਸੀਂ ਇਹਨਾਂ ਤੋਂ ਕੁਛ ਨਾ ਪੁੱਛੀਏ ਤੇ ਇਹਨਾਂ ਦੇ ਮੂੰਹ ਨਹੀਂ ਦੇਖੀ ਜਾਈਏ? ਤੁਹਾਨੂੰ ਇਹ ਸਾਜ਼ਿਸ਼ ਲੱਗਦੀ ਹੈ ਜੀ? ਇੱਕ ਜਿਹੜੀ ਭਾਰਤੀ ਕੌਮ ਸਿਰਜਣ ਦੀ ਇੱਥੋਂ ਦੇ ਹੁਕਮਰਾਨਾਂ ਦੀ ਇੱਕ ਸਾਜ਼ਿਸ਼ ਹੈ, ਇੱਕ ਜਿਹਦਾ ਇਹ ਉਸੇ ਸਾਜ਼ਿਸ਼ ਦਾ ਹਿੱਸਾ। 18ਵੀਂ ਸਦੀ 'ਚ ਸਿੱਖਾਂ ਨੂੰ ਇਹ ਪਤਾ ਹੁੰਦਾ ਸੀ ਜਾਂ ਸਾਨੂੰ ਇਹ ਪਤਾ ਸੀ ਸਾਡਾ ਦੁਸ਼ਮਣ ਕੌਣ ਆ ਜੀ, ਕਿਉਂਕਿ ਉਸ ਵੇਲੇ ਸਾਡੇ ਤੇ ਹਮਲੇ ਜਿਸਮਾਨੀ ਹੁੰਦੇ ਸੀ ਤੇ ਸਾਰੀ ਕੌਮ ਨੂੰ ਇਹ ਪਤਾ ਹੁੰਦਾ ਸੀ ਸਾਡਾ ਦੁਸ਼ਮਣ ਕੌਣ ਆ। ਅੱਜ ਸਾਡੀ ਤਰਾਸਦੀ ਇਹ ਆ ਵੀ ਕੌਮ ਨੂੰ ਇਹੀ ਨਹੀਂ ਪਤਾ ਸਾਡਾ ਦੁਸ਼ਮਣ ਕੌਣ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡੇ ਤੇ ਡੈਫੇਮੇਸ਼ਨ ਦਾ ਕੇਸ ਕੀਤਾ ਜਾਵੇਗਾ। ਉਸ ਕੇਸ, ਉਸ ਕਾਨੂੰਨੀ ਲੜਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪਤਾ ਲੱਗਿਆ ਕਿ ਤੁਸੀਂ ਆਪ ਵੀ ਵਕੀਲ ਹੈਗੇ ਹੋ, ਵੀ ਇਹ ਕਾਨੂੰਨੀ ਲੜਾਈ ਤੁਸੀਂ ਆਪ ਲੜੋਗੇ ਜਾਂ ਕੋਈ ਵਕੀਲ ਖੜਾ ਕਰੋਗੇ? ਤੁਸੀਂ ਜੇ ਕਾਨੂੰਨੀ ਕਾਰਵਾਈ ਕਰਨੀ ਹੈ ਜੀ ਸਦਕੇ ਕਰੋ। ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਜੋ ਮਰਜ਼ੀ ਕਰੇ ਜਾਈਏ, ਅਸੀਂ ਚੰਮਦੀਆਂ ਚਲਾਈਏ ਆਪਦੀਆਂ, ਪਰ ਤੁਸੀਂ ਸਾਨੂੰ ਸਵਾਲ ਨਾ ਪੁੱਛੋ। ਇਹ ਬਹੁਤ ਹੋ ਗਿਆ ਜੀ, ਹੁਣ ਇਸ ਤੋਂ ਬਾਅਦ ਨਹੀਂ ਇਹ ਗੱਲ ਅੱਗੇ ਚੱਲਣੀ। ਤੁਹਾਡੇ ਦੇ ਇੱਕ ਆਮ ਕਰਕੇ ਦੋਸ਼ ਵੀ ਲੱਗਦਾ ਹੈ ਕਿ ਸਨੀ ਦਿਓਲ ਦੇ ਨਾਲ ਤੁਹਾਡੀ ਬੜੀ ਮਿੱਤਰਤਾ ਹੈ ਤੇ ਸਨੀ ਦਿਓਲ ਤੁਹਾਨੂੰ ਪਤਾ ਹੈ ਵੀ ਕਿਹੜੀ ਪਾਰਟੀ ਚੋਂ ਆਏ ਆ। ਆਪਸ ਦੇ ਵਿੱਚ ਕਿਵੇਂ ਸਮਝੌਤਾ ਕਰਦੇ ਹੋ? ਜਿੰਨੇ ਮੁੱਦੇ ਤੁਸੀਂ ਉਠਾਏ ਹੈਗੇ ਹੁਣ ਤੱਕ, ਜਿੰਨੇ ਮਸਲੇ ਉਠਾਏ ਆ, ਉਹਨਾਂ ਦਾ ਕਿਸੇ ਦਾ ਕੋਈ ਹੱਲ ਹੋਇਆ ਅੱਜ ਤੱਕ ਤੁਹਾਨੂੰ ਲੱਗਦਾ ਹੋਵੇ? ਨਹੀਂ ਜੀ, ਨਹੀਂ ਜੀ, ਕੋਈ ਹੱਲ ਨਹੀਂ ਹੋਇਆ, ਕੋਈ ਹੱਲ ਨਹੀਂ ਹੋਇਆ। ਫਿਰ ਤੁਸੀਂ ਇਦਾਂ ਨਹੀਂ ਮੰਨਦੇ ਵੀ ਤੁਹਾਨੂੰ ਬੰਬੇ ਤੋਂ ਅੰਮ੍ਰਿਤਸਰ ਜਾ ਕੇ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਹੈ? ਜੇ ਲੋਕਾਂ ਦੇ ਮਨਾਂ 'ਚ ਇਹ ਵੀ ਪਾਉਣੋਂ ਹਟ ਕੇ ਵੀ ਦੇਖੋ ਯਾਰ ਸਮੱਸਿਆਵਾਂ ਕਿੰਨੀਆਂ, ਆਪਾਂ ਨੂੰ ਕੁਛ ਕਰਨਾ ਪਊਗਾ, ਫੇਰ ਤਾਂ ਜਮਾਂ ਹੀ ਮਤਲਬ ਜ਼ਮੀਰਾਂ ਹੀ ਮਾਰ ਲਾਂਗੇ ਆਪਦੀਆਂ। ਇਹ ਵੀ ਹੋ ਸਕਦਾ ਵੀ ਤੁਸੀਂ ਕੋਈ ਰਾਜਨੀਤੀ ਪਾਰਟੀ ਬਣਾ ਲਓ। ਪੰਜਾਬੀ ਲੋਕ ਚੈਨਲ ਵਿੱਚ ਮੈਂ ਹਰਪਾਲ ਸਿੰਘ ਸੋਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਪੰਜਾਬੀ ਫਿਲਮ ਅਦਾਕਾਰ ਦੀਪ ਸਿੱਧੂ ਜੀ, ਉਹਨਾਂ ਦੀ ਨਵੀਂ ਆ ਰਹੀ ਫਿਲਮ ਦੇ ਵਿੱਚ ਉਹਨਾਂ ਨੇ ਇੱਕ ਆਪਣਾ ਸਲੋਗਨ ਰੱਖਿਆ ਹੋਇਆ ਹੈ, ਅਸੀਂ ਰਾਹਾਂ ਦੇ ਰੋੜੇ ਹੀ ਸਹੀ ਪਰ ਸਿੱਧੇ ਜਾ ਕੇ ਸਿਸਟਮ ਦੇ ਮੱਥੇ ਵਿੱਚ ਵੱਜਾਂਗੇ। ਤੇ ਉਹ ਵਾਕਿਆ ਹੀ ਅੱਜ ਕੱਲ੍ਹ ਸਿਸਟਮ ਨੂੰ ਚੁਣੌਤੀ ਵੀ ਦਿੰਦੇ ਆ ਤੇ ਆਪਾਂ ਉਹਨਾਂ ਨਾਲ ਪੰਜਾਬੀ ਲੋਕ ਚੈਨਲ ਦੇ ਦਰਸ਼ਕਾਂ ਦੇ ਲਈ ਰੂਬਰੂ ਕਰਨ ਜਾ ਰਹੇ ਹਾਂ। ਹਾਂਜੀ, ਤੁਹਾਡਾ ਸਵਾਗਤ ਹੈ ਪੰਜਾਬੀ ਲੋਕ ਚੈਨਲ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ ਜੀ? ਠੀਕ ਹੋ? ਹਾਂਜੀ ਬਾਈ ਜੀ, ਬਹੁਤ ਵਧੀਆ, ਤੁਸੀਂ ਸੁਣਾਓ, ਠੀਕ ਹੋ? ਹਾਂਜੀ ਹਾਂਜੀ, ਆਮ ਫਾਈਨ ਜੀ, ਥੈਂਕ ਯੂ।
ਸਿੱਧੂ ਸਾਹਿਬ, ਤੁਹਾਨੂੰ ਆਮ ਕਰਕੇ ਨਾ ਪਾਖੰਡਵਾਦ ਤੇ ਪੁਜਾਰੀਵਾਦ ਤੇ ਬੜੀ ਤਕੜੀ ਚੋਟ ਕਰਦੇ ਹੋ। ਹਾਂਜੀ। ਪਰ ਜਦੋਂ ਅਸੀਂ ਤੁਹਾਨੂੰ ਅਕਸਰ ਦੇਖਦੇ ਹਾਂ, ਤੁਹਾਡਾ ਲਾਈਵ ਇੱਕ ਸਥਾਨ ਤੇ ਖਾਸ ਪੋਜੀਸ਼ਨ ਦੇ ਵਿੱਚ ਚੌਂਕੜਾ ਮਾਰ ਕੇ ਕਰਦੇ ਹੋ। ਇਹਦਾ ਕੋਈ ਖਾਸ ਰੀਜ਼ਨ ਹੈ ਜਾਂ ਕਿਸੇ ਬਾਬੇ ਨੇ ਤਾਂ ਨਹੀਂ ਤੁਹਾਨੂੰ ਦੱਸਿਆ ਹੈ ਵੀ ਆਪਾਂ ਇਸ ਤਰ੍ਹਾਂ ਹੀ ਕਰਨਾ, ਇਹਦੇ ਨਾਲ ਸਫਲਤਾ ਮਿਲੇਗੀ? ਨਹੀਂ ਜੀ, ਮੈਂ ਅਕਾਲ ਪੁਰਖ ਤੋਂ ਬਿਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਬਾਬੇ ਕੋਲੇ ਨਹੀਂ ਜਾਂਦਾ, ਕੋਈ ਮੁੰਦਰੀਆਂ ਨਹੀਂ ਪਾਉਂਦਾ, ਕੁਛ ਧਾਗੇ ਤਵੀਤਾਂ 'ਚ ਵਿਸ਼ਵਾਸ ਨਹੀਂ ਰੱਖਦਾ, ਨਾ ਹੀ ਇਹ ਟੋਟਕੇ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਆ। ਪਰ ਇਹ ਆ, ਉਹ ਇੱਕ ਕੰਫਰਟੇਬਲ ਪੋਜੀਸ਼ਨ ਆ। ਤੁਹਾਨੂੰ ਪਤਾ, ਆਪਾਂ ਜਦੋਂ ਸੱਥਾਂ 'ਚ ਵੀ ਬਹਿੰਦੇ ਆ ਜਾਂ ਜਾ ਕੇ ਗੁਰਦੁਆਰਾ ਸਾਹਿਬ ਬਹਿੰਦੇ ਆ, ਕਈ ਵਾਰੀ ਚਰਚਾ ਹੁੰਦੀ ਆ ਤਾਂ ਹਮੇਸ਼ਾ ਚੌਂਕੜੀ ਮਾਰ ਕੇ ਬੈਠੀ ਦਾ। ਆਪਣੀ ਇਹ ਪੰਜਾਬ ਦੀ ਬੜੀ ਰੀਤ ਆ, ਜਿਹੜੀ ਇੱਕ ਪੁਰਾਣੀ ਰੀਤ ਆ ਸਾਡੀ। ਸੋ ਉਹਦੇ ਨਾਲ ਫਲੈਕਸੀਬਿਲਿਟੀ ਵੀ ਠੀਕ ਰਹਿੰਦੀ ਆ, ਆਪਦਾ ਬੈਠਣ ਦਾ ਇੱਕ ਸਟੈਮਿਨਾ। ਅੱਜ ਕੱਲ੍ਹ ਲੋਕਾਂ ਤੋਂ ਬੈਠਿਆ ਵੀ ਨਹੀਂ ਜਾਂਦਾ ਚੌਂਕੜੀ ਮਾਰ ਕੇ। ਸੋ ਉਹ ਸਾਰੀਆਂ ਚੀਜ਼ਾਂ ਮੈਂ ਥੋੜਾ ਜਿਹਾ ਉਹਨਾਂ ਖਿਆਲਾਂ ਦਾ ਬੰਦਾ ਵੀ ਜਿਹੜੀਆਂ ਆਪਦੀਆਂ ਰਵਾਇਤਾਂ, ਸਾਡੀ ਕੋਈ ਜੀਵਨ ਸ਼ੈਲੀ ਸੀ ਪੁਰਾਣੀ, ਉਹਦੇ ਤੋਂ ਦੂਰ ਨਾ ਜਾਇਆ ਜਾਵੇ। ਬਹੁਤ ਵਧੀਆ ਜੀ। ਅੱਛਾ, ਕੌਮ ਦੇ ਵਿੱਚ ਦੁਬਿਧਾ ਹੈ, ਬਖੇੜੇ ਪਏ ਹੋਏ ਨੇ, ਇਸ ਦਾ ਕਾਰਨ ਕੀ ਮੰਨਦੇ ਆ ਤੁਸੀਂ? ਵੀ ਜਿਹੜਾ ਇੰਨਾ ਲੋਕੀ ਨਾ ਆਮ ਹਰ ਇੱਕ ਬੰਦਾ ਜਾ ਕੇ ਲਾਈਵ ਹੋ ਜਾਂਦਾ, ਤੇ ਜਿਹੜੀਆਂ ਚੀਜ਼ਾਂ ਸਾਨੂੰ ਟੇਬਲ ਟਾਕ, ਗੱਲਬਾਤ, ਬਹਿ ਕੇ ਕਿਸੇ ਖਾਸ ਸਥਾਨ ਤੇ ਗੱਲਬਾਤ ਕਰਨੀ ਸੀ, ਸਾਰੇ ਸੋਸ਼ਲ ਮੀਡੀਆ ਤੇ ਆਏ ਹੋਏ ਆ। ਕੀ ਤੁਸੀਂ ਮੰਨਦੇ ਹੋ ਵੀ ਇਹ ਸਾਰੇ ਚੀਜ਼ਾਂ ਦਾ, ਜਿਹੜੇ ਸਾਰੇ ਮੁੱਦੇ ਸੋਸ਼ਲ ਮੀਡੀਆ ਤੇ ਉਠਾਏ ਜਾ ਰਹੇ ਆ, ਉਸ ਤੇ ਹੱਲ ਹੋ ਸਕਦਾ ਹੈ? ਨਹੀਂ ਜੀ, ਮੈਂ ਇਹ ਗੱਲ ਨਹੀਂ ਮੰਨਦਾ। ਦੇਖੋ, ਦੋ ਗੱਲਾਂ, ਕੋਈ ਵੀ ਗੱਲ ਹੋਵੇ, ਚਾਹੇ ਉਹ ਕੋਈ ਰਾਜਸੀ ਗੱਲ ਹੋਵੇ ਜਾਂ ਆਰਥਿਕ ਗੱਲ ਹੋਵੇ ਜਾਂ ਪੰਥਕ ਮਸਲੇ ਹੋਣ, ਇਹਨਾਂ ਦਾ ਆਪਸ 'ਚ ਜਿਹੜਾ ਮੇਲ ਜੋਲਾ ਬਹੁਤ ਗੂੜਾ। ਬਿਲਕੁਲ। ਅੱਜ ਦੀ ਡੇਟ ਦੀ ਜੋ ਹੁਣ ਦੀ ਸਮਾਜਿਕ ਸਥਿਤੀ ਆ ਜਾਂ ਸਾਡੀ ਸੋਸ਼ਲ ਰਿਐਲਿਟੀ ਆ ਪੰਜਾਬ ਦੀ, ਇਹ ਮੇਲ ਜੋਲ ਬਹੁਤ ਗੂੜਾ। ਤੇ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਸਾਰੀ ਗੱਲ ਕਰਦੇ ਆ, ਉਹ ਗੱਲ ਦੂਰ ਤੱਕ ਤਾਂ ਜਾ ਸਕਦੀ ਆ ਜੀ, ਪਰ ਉਹ ਗੱਲ 'ਚ ਬੜਾ ਕੋਈ ਵਜ਼ਨ ਨਹੀਂ ਹੁੰਦਾ, ਕਿਉਂਕਿ ਕੋਈ ਵੀ ਬੈਠਾ, ਮੇਰੇ ਵਰਗਾ ਬੈਠਾ ਕੋਈ ਵੀ ਬੋਲ ਦਿੰਦਾ ਤੇ ਉਹਦੇ ਤੇ ਕੋਈ ਵੀ ਕਮੈਂਟ ਕਰ ਦਿੰਦਾ। ਹਰ ਕਿਸੇ ਨੂੰ ਐਂ ਲੱਗਦਾ ਮੈਂ ਐਕਸਪਰਟ ਆ, ਮੈਨੂੰ ਗੱਲ ਦਾ ਪਤਾ। ਪਰ ਇਹ ਅਸੀਂ ਭਰਮੀ ਪਾਲੀ ਬੈਠੇ ਹੁੰਦੇ ਆ ਤੇ ਸਾਨੂੰ ਮਸਲਿਆਂ ਦਾ ਬੜਾ ਪਤਾ ਨਹੀਂ ਹੁੰਦਾ ਜਦੋਂ ਤੱਕ ਅਸੀਂ ਐਨਾਲਾਈਜ਼ ਨਾ ਕਰੀਏ, ਅਧਿਐਨ ਨਾ ਕਰੀਏ, ਫਿਰ ਉਹਨਾਂ ਨੂੰ ਡਾਇਗਨੋਸ ਨਾ ਕਰੀਏ, ਫਿਰ ਸਿਰ ਜੋੜ ਕੇ ਨਾ ਬੈਠੀਏ ਤੇ ਇੱਕ ਜਿਹੜੀ ਸੰਵਾਦ ਨਾ ਰਚੀਏ, ਉਦੋਂ ਤੱਕ ਮਸਲਿਆਂ ਦਾ, ਸਮੱਸਿਆਵਾਂ ਦਾ, ਉਹਦੇ ਹੱਲ ਇਹ ਸਮਝ ਨਹੀਂ ਆ ਸਕਦੇ। ਇਹ ਉਵੇਂ ਹੀ ਆ ਜਿਵੇਂ ਤੁਸੀਂ ਦੇਖੋ, ਜਿਵੇਂ ਕੋਈ ਸਿਆਣਾ ਡਾਕਟਰ ਹੁੰਦਾ, ਉਹਦੇ ਕੋਲੇ ਜਦੋਂ ਕਿਸੇ ਨੂੰ ਕੋਈ ਸਿਹਤ ਪੱਖੋਂ ਸ਼ਿਕਾਇਤ ਆ, ਉਹ ਜਾਂਦਾ ਤਾਂ ਉਹ ਪਹਿਲਾਂ ਡਾਇਗਨੋਸ ਕਰਦਾ। ਤਾਂ ਪਹਿਲਾਂ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਆ, ਫੇਰ ਹੀ ਉਹਨੂੰ ਦਵਾਈ ਜਾਂ ਕੋਈ ਉਹਦਾ ਇਲਾਜ ਦੱਸਿਆ ਜਾ ਸਕਦਾ। ਸੋ ਇਸ ਕਰਕੇ ਸੋਸ਼ਲ ਮੀਡੀਆ ਤੇ ਆ ਕੇ ਪੰਥਕ ਮਸਲੇ ਆ ਜਿਹੜੇ, ਮੈਨੂੰ ਐਂ ਲੱਗਦਾ ਉਹ ਤਾਂ ਵਿਦਵਾਨਾਂ ਦੇ ਮਸਲੇ ਆ, ਕਿਉਂਕਿ ਉਹ ਸਾਡੇ ਵਰਗਿਆਂ ਦੇ ਮਸਲੇ ਨਹੀਂ ਆ। ਉਹ ਤਾਂ ਜਿਹੜੇ ਸਾਡੇ ਸਿੱਖ ਵਿਦਵਾਨ ਆ, ਜਿਹੜੇ ਸਾਡੇ ਪੰਥ ਦੇ ਤੁਸੀਂ ਇਹ ਕਹਿ ਲਓ ਵੀ ਚਿੰਤਨ ਕਰਨ ਵਾਲੇ ਜਿਹੜੇ ਸਾਡੇ ਵਿਦਵਾਨ ਆ, ਉਹਨਾਂ ਨੂੰ ਬੈਠ ਕੇ ਨਜਿੱਠਣੇ ਚਾਹੀਦੇ ਆ ਜੀ, ਕਿਉਂਕਿ ਉਹ ਹੈ ਵੀ ਅੰਦਰੂਨੀ ਮਸਲੇ ਤੇ ਉਦੋਂ ਬਾਅਦ ਫਿਰ ਇੱਕ ਗੱਲ ਸੰਗਤ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਅਦਰਵਾਈਜ਼ ਮੋਸਟਲੀ ਅੱਜ ਕੱਲ੍ਹ ਦਾ ਦੌਰ ਇਹ ਹੋ ਗਿਆ ਵੀ ਪੰਥਕ ਮਸਲਿਆਂ ਤੇ ਜਾਂ ਸਿੱਖ ਤੁਸੀਂ ਇਹ ਕਹਿ ਲਓ ਆਪਣੇ ਫਲਸਫੇ ਤੇ ਬਾਹਲਾ ਲੋਕਾਂ ਨੂੰ ਉੱਪਰਲਾ ਗਿਆਨ ਤਾਂ ਹੈਗਾ, ਪਰ ਬਾਹਲੇ ਲੋਕਾਂ ਨੂੰ ਬਾਹਲਾ ਕੁਛ ਨਹੀਂ ਪਤਾ। ਉਹਦੀ ਵਜ੍ਹਾ ਬਹੁਤ ਹੈਗੀਆਂ, ਆਪਾਂ ਉਹਨਾਂ ਦੀ ਬਾਅਦ ਚ ਗੱਲ ਕਰਾਂਗੇ। ਤਾਂ ਇਸ ਕਰਕੇ ਪਹਿਲਾਂ ਵਿਦਵਾਨਾਂ ਨੂੰ ਚਿੰਤਨ ਕਰਨਾ ਚਾਹੀਦਾ, ਵਿਦਵਾਨਾਂ ਨੂੰ ਉਹਨਾਂ ਕਿਸੇ ਵੀ ਕੋਈ ਸਵਾਲ ਉੱਠ ਰਹੇ ਆ ਉਹਦਾ ਸਪਸ਼ਟੀਕਰਨ ਦੇਣਾ ਚਾਹੀਦਾ। ਪਰ ਇਹ ਆ ਵੀ ਹੁਣ ਕਈ ਵਾਰੀ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਰਹਿ ਜਾਂਦੀ, ਜਦੋਂ ਸਾਨੂੰ ਜਵਾਬ ਨਹੀਂ ਮਿਲਦੇ, ਉਹ ਜਵਾਬ ਅਸੀਂ ਇੰਟਰਵਿਊਜ਼ 'ਚ ਵੀ ਲੈਂਦੇ ਆ, ਇੰਟਰਵਿਊਜ਼ ਰਾਹੀਂ ਵੀ ਦਿੰਦੇ ਆ, ਉਹ ਸੋਸ਼ਲ ਹੈਂਡਲਸ ਰਾਹੀਂ ਵੀ ਦਿੰਦੇ ਆ, ਕਿਉਂਕਿ ਸਾਡੇ ਨਾਲ ਬੰਦੇ ਜੁੜੇ ਹੁੰਦੇ ਆ ਤੇ ਅਸੀਂ ਸੋਚਦੇ ਹਾਂ ਵੀ ਚਲੋ ਇਸ ਮੀਡੀਅਮ ਦੇ ਥਰੂ ਜੇ ਅਸੀਂ ਸਵਾਲ ਪੁੱਛ ਲਈਏ ਤੇ ਸਾਨੂੰ ਦਾ ਮਤਲਬ ਸਾਡੀ ਕੌਮ ਨੂੰ, ਸਾਡੇ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਜੀ। ਜੇ ਸਾਡੇ ਕੋਈ ਆਗੂ ਆ, ਉਹ ਆਗੂਆਂ ਨੂੰ ਸਾਨੂੰ ਜਵਾਬਦੇਹੀ ਦੇਣੀ ਪਊਗੀ, ਉਹ ਦੇਣੀ ਬਣਦੀ ਵੀ ਆ, ਕਿਉਂਕਿ ਉਸ ਚੀਜ਼ ਤੋਂ ਉਹ ਨਹੀਂ ਭੱਜ ਸਕਦੇ।
ਜਿੱਥੇ ਲਿਆ ਕੇ ਸਾਨੂੰ ਖੜਾ ਕਰਤਾ। ਹੁਣ ਸਾਡੇ ਕੋਲੇ ਬਾਹਲੇ ਹੱਲ ਨਹੀਂ ਰਹਿ ਗਏ, ਸਾਨੂੰ ਨਵੇਂ ਢੰਗ ਪੈਂਤਰੇ, ਨਵੀਂ ਰਣਨੀਤੀ ਘੜਨੀ ਪਊਗੀ, ਅਦਰਵਾਈਜ਼ ਕੰਮ ਵਧੀਆ ਦਿਸ਼ਾ ਵੱਲ ਨਹੀਂ ਜਾ ਰਿਹਾ। ਸਾਡਾ ਸਮਾਜ ਜਾਂ ਰਿਐਲਿਟੀ ਵਧੀਆ ਦਿਸ਼ਾ ਵੱਲ ਨਹੀਂ ਜਾ ਰਹੀ। ਤੁਸੀਂ ਲਾਈਵ ਅਕਸਰ ਬਹੁਤ ਜ਼ਿਆਦਾ ਹੁੰਦੇ ਹੋ। ਪਿਛਲੇ ਦਿਨ ਇੱਕ ਬਹੁਤ ਵੱਡੀ ਸਟੇਟਮੈਂਟ ਆਉਂਦੀ ਹੈ ਤੁਹਾਡੇ ਵੱਲੋਂ ਵੀ 267 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਨਾਗਪੁਰ ਚਲੇ ਗਏ। ਉਹ ਤੁਹਾਡੀ ਸਟੇਟਮੈਂਟ ਦੇ ਵਿੱਚ ਤੁਸੀਂ ਪ੍ਰਸ਼ਨ ਕੀਤਾ ਗਿਆ ਸੀ ਜਾਂ ਤੁਸੀਂ ਦੋਸ਼ ਲਾਇਆ ਸੀ? ਨਹੀਂ, ਦੋ ਗੱਲਾਂ ਜੀ। ਦੇਖੋ, ਦੋਸ਼ ਮੈਂ ਇਹ ਲਾਇਆ ਸੀ ਵੀ ਉਹ ਗਲਤ ਹੱਥਾਂ 'ਚ ਚਲੇ ਗਏ। ਤੁਹਾਡੇ ਕੋਲ ਕੋਈ ਸਬੂਤ ਹੈ ਜੀ ਉਸ ਗੱਲ ਦਾ ਵੀ ਤੁਸੀਂ ਇੰਨੀ ਵੱਡੀ? ਜੀ ਹਾਂਜੀ, ਬਿਲਕੁਲ, ਮੈਂ ਤੁਹਾਡੇ ਉਸੇ ਗੱਲ ਤੇ ਆਉਣਾ ਜੀ। ਜਦੋਂ SGPC ਦੇ ਵਿੱਚ ਕੰਮ ਕਰਦੇ ਹੀ, ਪਹਿਲਾਂ ਤਾਂ ਆਪਾਂ ਇਹਨਾਂ ਨੂੰ ਦੋ ਪਹਿਲੂਆਂ ਤੋਂ ਆਪਾਂ ਵਿਚਾਰਦੇ ਹਾਂ, ਦੋਨੇ ਪਹਿਲੂ ਦੇਖਦੇ ਹਾਂ ਤੇ ਦੋਨੇ ਐਸਪੈਕਟਸ ਦੇਖਦੇ ਹਾਂ ਜੀ। 267 ਸਰੂਪ ਇਹ ਤਾਂ ਹੈ ਨਹੀਂ ਵੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਮਰੇ 'ਚ ਰੱਖ ਕੇ ਭੁੱਲ ਜਾਾਂਗੇ ਤੇ ਸਾਨੂੰ ਦਿਸਣਗੇ ਨਹੀਂ 267 ਸਰੂਪ ਜੀ। ਇਹ ਵੀ ਹੈ ਨਹੀਂ ਵੀ ਜਿਹੜੀ ਇਹ ਕਹਿੰਦੇ ਅੱਗ ਲੱਗ ਗਈ ਸੀ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਸਕੱਤਰ ਆ ਉਸ ਵੇਲੇ ਤੇ ਮੌਜੂਦ ਸੀ, ਉਹ ਕਹਿੰਦੇ ਅੱਗ ਲੱਗੀ ਸੀ 5 ਜਾਂ 7 ਸਰੂਪਾਂ ਨੂੰ। ਜਦੋਂ ਨੂੰ ਅਸੀਂ ਜਾ ਕੇ ਦੇਖਿਆ, ਇਹਨਾਂ ਨੇ ਧੋ ਧਾ ਕੇ ਚਾਦਰਾਂ ਪਾਈਆਂ ਪਈਆਂ ਸੀ, ਇਹਨਾਂ ਨੇ ਸਾਰੇ ਸਬੂਤ ਮਿਟਾਤੇ ਸੀ ਜੀ। ਹੁਣ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਕੰਮ ਕਰਦੇ ਜਿਹੜੇ ਆਪਣੇ ਉੱਥੇ ਆਪਣੇ ਸਿੰਘ ਸਾਹਿਬਾਨ ਆਏ ਆ, ਜਿਹੜੇ ਬੰਦੇ ਆ ਮੁਲਾਜ਼ਮ ਆ, ਉਹ ਇਹ ਕਹਿ ਰਹੇ ਆ ਜੀ ਵੀ ਇਹ 5 ਸਰੂਪ 10-10 ਸਰੂਪ ਕਰਕੇ ਆਇਆ ਕਰਕੇ ਇਹ ਸਰੂਪ ਦਿੱਤੇ ਗਏ ਆ। ਹੁਣ ਜੇ ਐ ਦਿੱਤੇ ਗਏ ਆ, ਉਹਨਾਂ ਦਾ ਵੇਰਵਾ ਕਿਉਂ ਨਹੀਂ ਪਾਇਆ? ਆਪਾਂ ਅਗਲਾ ਸਵਾਲ ਪੁੱਛਦੇ ਹਾਂ, ਕਿਉਂਕਿ ਬਿਲਕੁਲ ਜੀ। ਔਰ ਉਹ ਵੇਰਵਾ ਕਹਿੰਦੇ ਨਹੀਂ, ਉਹ ਵੇਰਵਾ ਨਹੀਂ ਪਾਇਆ, ਪਰ ਅਸੀਂ ਪੁੱਛਦੇ ਸੀ ਵੀ ਕਿੱਥੇ ਜਾ ਰਹੇ ਆ ਤੇ ਸਾਨੂੰ ਕਹਿੰਦੇ ਸੀ ਫਲਾਣੇ ਗੁਰਦੁਆਰਾ ਸਾਹਿਬ ਜਾ ਰਹੇ ਆ। ਅਸੀਂ ਉੱਥੋਂ ਪੁੱਛਦੇ ਸੀ ਤੇ ਉੱਥੇ ਪਹੁੰਚਦੇ ਨਹੀਂ ਸੀ। ਹੁਣ ਜਦੋਂ ਸ਼ੰਕੇ ਖੜੇ ਹੁੰਦੇ ਆ ਸਾਡੇ ਜ਼ਿਹਨ 'ਚ, ਸਾਡੇ ਦਿਮਾਗ 'ਚ, ਸਾਡੇ ਅੰਦਰ ਸ਼ੰਕੇ ਖੜੇ ਹੁੰਦੇ ਆ, ਸਾਨੂੰ ਤੁਸੀਂ ਇਹੋ ਜਿਹੀ ਦੁਚਿੱਤੀ 'ਚ ਪਾ ਦਿੰਦੇ ਹੋ ਵੀ ਉਹ ਗਲਤ ਹੱਥਾਂ 'ਚ ਗਏ ਆ। ਤੇ ਗਲਤ ਹੱਥਾਂ 'ਚ ਜਦੋਂ ਤੁਸੀਂ ਇਹ ਦੇਖਦੇ ਹੋ ਵੀ ਅੱਜ ਦੇ ਰਾਜਸੀ ਤੇ ਅੱਜ ਦੇ ਪੰਥਕ ਹਾਲਾਤ ਜਿਹੜੇ ਆ, ਉਹਨਾਂ ਦਾ ਆਪਸੀ ਤਾਲਮੇਲ ਕਿੱਥੇ ਜਾ ਕੇ ਜੁੜਦਾ, ਫਿਰ ਸਾਡੇ ਉਹ ਸ਼ੰਕੇ ਜਿੱਥੇ ਜਿਹੜੀ ਮੈਂ ਸਟੇਟਮੈਂਟ ਦਿੱਤੀ ਸੀ ਉੱਥੇ ਜਾ, ਕਿਉਂਕਿ ਸਾਡਾ ਇਤਿਹਾਸ ਬਦਲਿਆ ਜਾ ਰਿਹਾ, ਸਾਡਾ ਸੱਭਿਆਚਾਰ ਬਦਲਿਆ ਜਾ ਰਿਹਾ, ਸਾਡੀ ਹੋਂਦ ਨੂੰ ਬਦਲਿਆ ਜਾ ਰਿਹਾ, ਸਾਡਾ ਫਲਸਫਾ ਬਦਲਿਆ ਜਾ ਰਿਹਾ, ਸਾਡਾ ਤੁਸੀਂ ਇਹ ਕਹਿ ਲਓ ਸਾਡਾ ਸਾਹਿਤ ਬਦਲਿਆ ਜਾ ਰਿਹਾ। ਹੁਣ ਸਾਡੇ ਗ੍ਰੰਥਾਂ ਤੇ ਗੱਲ ਜੇ ਆ ਗਈ, ਔਰ ਗ੍ਰੰਥਾਂ ਤੋਂ ਵੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੱਲ ਆ ਗਈ, ਫਿਰ ਸਾਡੇ ਪੱਲੇ ਕੀ ਰਹਿ ਗਿਆ? ਉਦੋਂ ਬਾਅਦ ਤਾਂ ਕੁਛ ਨਹੀਂ ਰਿਹਾ ਜੀ ਸਾਡੇ ਪੱਲੇ। ਤਾਂ ਇਸ ਕਰਕੇ ਜਿਹੜਾ ਸਵਾਲ ਪੁੱਛਿਆ ਸੀ ਉਹ ਸਵਾਲ ਬਹੁਤ ਜਾਇਜ਼ ਸੀ। ਚਲੋ ਮੈਂ ਕਹਿੰਦਾ ਗਲਤ ਹੱਥਾਂ 'ਚ ਨਹੀਂ ਗਏ, ਤੁਸੀਂ ਦੱਸੋ ਕਿੱਥੇ ਗਏ ਆ? ਤੁਸੀਂ ਇਹ ਜਵਾਬ ਦਿਓ ਵੀ ਜਿਹੜੇ ਦਰਵਾਜ਼ੇ ਉੱਥੋਂ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਨੂੰ ਲਾਏ ਸੀ, ਉਹ ਦਰਵਾਜ਼ੇ ਲਾ ਲਏ ਉੱਥੋਂ, ਅੱਜ ਤੱਕ ਉਹ ਦਰਵਾਜ਼ਿਆਂ ਦਾ ਜਵਾਬ ਹੀ ਨਹੀਂ ਦੇ ਰਹੇ। ਉੱਥੇ ਕੋਈ ਚਾਂਦੀ ਦੇ ਦਰਵਾਜ਼ੇ ਲਾਏ ਹੋਏ ਆ। ਹੁਣ ਆਈ ਤੁਸੀਂ ਹੋਰ ਬਥੇਰਾ ਕੁਝ ਸਾਡੇ ਤੋਸ਼ੇਖਾਨਾ 'ਚ ਪਿਆ ਸੀ। ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਸਾਡਾ ਕਿੰਨਾ ਇਤਿਹਾਸ ਸੀ, ਸਾਡੇ ਕਿੰਨੇ ਗ੍ਰੰਥ ਸੀ, ਉਹਦਾ ਕੋਈ ਲੜਾਈ ਨਹੀਂ ਆ, ਕੋਈ ਮੁੱਦਾ ਨਹੀਂ ਆ। ਇਹਨਾਂ ਨੂੰ ਤਾਂ ਸਮਝ ਨਹੀਂ ਆਉਂਦੀ ਇਹ ਸਾਡੀ ਕੌਮ ਨੂੰ, ਸਾਡੇ ਪੰਜਾਬ ਨੂੰ। ਉਹ ਗੁਰੂਆਂ ਦੇ ਨਾਂ ਤੇ ਵਸਦੀ ਹੈ ਧਰਤੀ, ਉਹਨੂੰ ਲੈ ਕੇ ਕਿੱਥੇ ਜਾ ਰਹੇ ਆ? ਹੁਣ ਕਿੰਨੀ ਦੇਰ ਅਸੀਂ ਚੁੱਪ ਬੈਠੇ ਰਹੀਏ, ਕਿੰਨੀ ਦੇਰ ਅਸੀਂ ਇਹਨਾਂ ਤੋਂ ਕੁਛ ਨਾ ਪੁੱਛੀਏ ਤੇ ਇਹਨਾਂ ਦੇ ਮੂੰਹ ਨਹੀਂ ਦੇਖੀ ਜਾਈਏ? ਸੋ ਤੁਹਾਨੂੰ ਇਹ ਸਾਜ਼ਿਸ਼ ਲੱਗਦੀ ਹੈ ਜੀ? ਦੇਖੋ ਜੀ, ਸਾਜ਼ਿਸ਼, ਮੈਂ ਇਸ ਗੱਲ ਦੀ ਮਤਲਬ ਕਾਫੀ ਹੱਦ ਤੱਕ ਇਹ ਗੱਲ ਪੁਸ਼ਟੀ ਕਰ ਸਕਦਾ ਵੀ ਇਹ ਸਾਜ਼ਿਸ਼ ਹੈਗੀ ਆ। ਸਾਜ਼ਿਸ਼ ਹੈਗੀ ਆ ਜਿਹਦੇ 'ਚ ਇੱਕ ਜਿਹੜੀ ਭਾਰਤੀ ਕੌਮ ਸਿਰਜਣ ਦੀ ਇੱਥੋਂ ਦੇ ਹੁਕਮਰਾਨਾਂ ਦੀ ਇੱਕ ਸਾਜ਼ਿਸ਼ ਹੈ, ਇੱਕ ਜਿਹਦਾ ਇਹ ਉਸੇ ਸਾਜ਼ਿਸ਼ ਦਾ ਹਿੱਸਾ। ਹੁਣ ਅਸੀਂ ਆਪਦੇ ਆਪ ਨੂੰ ਇਹ ਕਹਿੰਦੇ ਆ ਵੀ ਅਸੀਂ ਵਿਲੱਖਣ ਕੌਮ ਆ ਜੀ, ਸਾਡੀ ਡਿਸਟਿੰਕਟ ਆਈਡੈਂਟੀਟੀ ਆ, ਸਾਡਾ ਫਲਸਫਾ ਵੀ ਨਿਆਰਾ। ਸਾਡਾ ਫਲਸਫਾ, ਅਸੀਂ ਅਕਾਲ ਪੁਰਖ ਦੇ ਅਧੀਨ ਆ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਗੁਰੂ ਮੰਨਦੇ ਆ,
ਅੱਛਾ ਉਹ ਪ੍ਰਗਟ ਗੁਰਾਂ ਕੀ ਦੇਹ ਆ ਸਾਡੇ ਲਈ, ਸਾਡੇ ਲਈ ਇਹ ਸਾਡਾ ਫਲਸਫਾ। ਅੱਛਾ ਹੁਣ ਲੜਾਈ ਕੀ ਆ ਅੱਜ ਦੀ ਡੇਟ 'ਚ? ਅੱਜ ਦੀ ਡੇਟ 'ਚ ਤੁਹਾਡੀ ਲੜਾਈ ਤੁਹਾਡੀ ਹੋਂਦ ਦੀ ਆ। ਪੁਰਾਣੇ ਜ਼ਮਾਨਿਆਂ 'ਚ 18ਵੀਂ ਸਦੀ 'ਚ ਸਿੱਖਾਂ ਨੂੰ ਇਹ ਪਤਾ ਹੁੰਦਾ ਸੀ ਜਾਂ ਸਾਨੂੰ ਇਹ ਪਤਾ ਸੀ ਸਾਡਾ ਦੁਸ਼ਮਣ ਕੌਣ ਆ ਜੀ, ਕਿਉਂਕਿ ਉਸ ਵੇਲੇ ਸਾਡੇ ਤੇ ਹਮਲੇ ਜਿਸਮਾਨੀ ਹੁੰਦੇ ਸੀ ਤੇ ਸਾਰੀ ਕੌਮ ਨੂੰ ਇਹ ਪਤਾ ਹੁੰਦਾ ਸੀ ਸਾਡਾ ਦੁਸ਼ਮਣ ਕੌਣ ਆ। ਅੱਜ ਸਾਡੀ ਤਰਾਸਦੀ ਇਹ ਆ ਵੀ ਕੌਮ ਨੂੰ ਇਹੀ ਨਹੀਂ ਪਤਾ ਸਾਡਾ ਦੁਸ਼ਮਣ ਕੌਣ ਆ। ਠੀਕ ਹੈ, ਜੇ ਸਾਨੂੰ ਮਨੂ ਸਮ੍ਰਿਤੀਆਂ ਨਾਲ ਜਾਂ ਸਾਨੂੰ ਉਹਨਾਂ ਵੇਦਾਂ ਨਾਲ ਜਾਂ ਸਾਨੂੰ ਜਿਹੜੇ ਇਹਨਾਂ ਦੇ ਪੁਰਾਣੇ ਸ਼ਾਸਤਰ ਰਚੇ ਹੋਏ ਆ ਜਿਨ੍ਹਾਂ 'ਚ ਪਖੰਡ ਆ, ਜਿਨ੍ਹਾਂ 'ਚ ਮੰਤਰ ਆ, ਜਿਨ੍ਹਾਂ 'ਚ ਤੁਸੀਂ ਇਹ ਕਹਿ ਲਓ ਵੀ ਹੋਰ ਇਹੋ ਜਿਹੀਆਂ ਕ੍ਰਿਤੀਆਂ ਜਿਹੜੀਆਂ ਗੁਰੂ ਸਾਹਿਬਾਨਾਂ ਨੇ, ਸ਼੍ਰੀ ਗੁਰੂ ਨਾਨਕ ਦੇਵ ਨੇ ਸ਼ਰੇਆਮ ਜਾਂ ਪੂਰਨ ਤੌਰ ਤੇ ਉਹਨਾਂ ਨੂੰ ਖੰਡਨ ਕੀਤਾ, ਤਾਂ ਅਸੀਂ ਜੇ ਉਹਨਾਂ ਦੇ ਨਾਲ ਸਾਨੂੰ ਜੋੜ ਦਿੱਤਾ ਜਾਊਗਾ, ਆਪਾਂ ਇਹ ਕਹਿਣਗੇ ਤੁਸੀਂ ਪੂਰਨ ਸਾਬਤ ਸਰੂਪ ਰਹੋ, ਤੁਸੀਂ ਖੰਡੇ ਬਾਟੇ ਦੀ ਪੋਹਲ ਲਓ, ਤੁਸੀਂ ਪਾਠ ਕਰੋ, ਤੁਸੀਂ ਜੀ ਹੋਰ ਜੋ ਕੁਝ ਆਪਣੇ ਸਿੱਖ ਰਹਿਤ ਮਰਿਆਦਾ ਉਹ ਕਰੋ, ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਪਰ ਤੁਹਾਡਾ ਫਲਸਫਾ ਇਹ ਜਿੱਥੇ ਜੋੜ ਰਹੇ ਆ, ਉੱਥੋਂ ਜੇ ਸਾਡਾ ਫਲਸਫਾ ਉੱਥੋਂ ਪ੍ਰਭਾਵਿਤ ਹੁੰਦਾ ਤਾਂ ਫਿਰ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਮੈਂ ਹਿੰਦੂ ਨਾ ਮੁਸਲਮਾਨ, ਗੁਰੂ ਨਾਨਕ ਸਾਹਿਬ ਨੇ ਸਬਰ ਸੰਤੋਖ ਸਿਖਾਇਆ, ਗੁਰੂ ਨਾਨਕ ਸਾਹਿਬ ਨੇ ਆਹ ਸਾਰੇ ਤੁਸੀਂ ਜਿਹੜੇ ਵਹਿਮ ਭਰਮ ਕੁਰੀਤੀਆਂ ਪਖੰਡ ਇਹਨਾਂ ਤੋਂ ਸਾਨੂੰ ਦੂਰ ਰੱਖਿਆ, ਗੁਰੂ ਨਾਨਕ ਸਾਹਿਬ ਨੇ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਆ, ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਦੂਰ ਲੈ ਜਾਣਗੇ ਜੀ। ਤੁਹਾਡੇ ਦੇ ਉੱਤੇ ਜੋ ਸਟੇਟਮੈਂਟ ਦਿੰਦੇ ਹੋ, ਤੁਹਾਡੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡੇ ਤੇ ਡੈਫੇਮੇਸ਼ਨ ਦਾ ਕੇਸ ਕੀਤਾ ਜਾਵੇਗਾ। ਉਸ ਕੇਸ, ਉਸ ਕਾਨੂੰਨੀ ਲੜਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪਤਾ ਲੱਗਿਆ ਕਿ ਤੁਸੀਂ ਆਪ ਵੀ ਵਕੀਲ ਹੈਗੇ ਹੋ, ਵੀ ਇਹ ਕਾਨੂੰਨੀ ਲੜਾਈ ਤੁਸੀਂ ਆਪ ਲੜੋਗੇ ਜਾਂ ਕੋਈ ਵਕੀਲ ਖੜਾ ਕਰੋਗੇ? ਨਹੀਂ ਜੀ, ਗੱਲ ਇਹ ਆ, ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਪ੍ਰਧਾਨ ਸਾਹਿਬ ਨੂੰ ਵੀ ਮੈਂ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਜੀ, ਤੁਸੀਂ ਕਸਟੋਡੀਅਨ ਹੋ, ਤੁਹਾਡੇ ਹੱਥਾਂ 'ਚ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਆ, ਫਿਰ ਸਾਡੀ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਦੀ ਬਹੁਤ ਵੱਡੀ ਮਹੱਤਤਾ ਸਾਡੇ ਗੁਰੂ ਖਾਲਸਾ ਪੰਥ 'ਚ ਜੀ। ਹੁਣ ਜਦੋਂ ਤੁਸੀਂ ਸਿੱਖ ਸੰਸਥਾਵਾਂ ਦੇ ਮੋਹਰੀ ਹੋ, ਕਸਟੋਡੀਅਨ ਹੋ, ਦੇਖੋ ਸੰਸਥਾ ਮਾੜੀ ਨਹੀਂ ਹੁੰਦੀ, ਪਰ ਰਿਪਰੈਜ਼ੈਂਟੇਟਿਵ ਕਈ ਵਾਰੀ ਮਾੜੇ ਆ ਜਾਂਦੇ ਆ ਜਾਂ ਬੰਦੇ ਕਈ ਵਾਰੀ ਮਾੜੇ ਆ ਜਾਂਦੇ ਆ ਜਿਹੜੇ ਉਹਦੇ ਮੋਢੀ ਬਣ ਜਾਂਦੇ ਆ, ਕੁਛ ਦੇਰ ਤੱਕ ਉਹਨੂੰ ਪ੍ਰਭਾਵਿਤ ਕਰਦੇ ਆ। ਹੁਣ ਅਸੀਂ ਤੁਹਾਡੀ ਅੱਜ ਜਿਹੜੀ ਚੀਜ਼ ਤੇ ਤੁਸੀਂ ਕਸਟੋਡੀਅਨ ਹੋ ਉਹਨੂੰ ਲੈ ਕੇ ਇੱਕ ਸਵਾਲ ਕੀਤਾ, ਮੈਂ ਕੋਈ ਪਬਲਿਕ ਇੰਟਰਸਟ ਲਿਟੀਗੇਸ਼ਨ ਤਾਂ ਫਾਈਲ ਨਹੀਂ ਕੀਤੀ ਵੀ ਤੁਸੀਂ ਮੈਨੂੰ ਕਾਨੂੰਨੀ ਕਾਰਵਾਈ ਕਰਕੇ ਜਵਾਬ ਦਿਓ, ਮੈਂ ਤਾਂ ਤੁਹਾਨੂੰ ਸਵਾਲ ਕੀਤਾ। ਤੁਸੀਂ ਜੇ ਕਾਨੂੰਨੀ ਕਾਰਵਾਈ ਕਰਨੀ ਆ ਜੀ ਸਦਕੇ ਕਰੋ, ਪਰ ਜਿਹੜਾ ਅਸਲ ਗੱਲ ਬਣਦੀ ਹੈ, ਜਿਹੜਾ ਹੱਕ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ, ਜਿਹੜਾ ਹੱਕ ਸਾਨੂੰ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਦਿੱਤਾ, ਜੇ ਤੁਸੀਂ ਉਹ ਹੱਕ ਸਾਡੇ ਤੋਂ ਖੋਲੋਗੇ ਸਵਾਲ ਪੁੱਛਣ ਦਾ, ਫਿਰ ਦੱਸੋ ਜੀ ਅਸੀਂ ਬੈਠੇ ਰਹੀਏ ਚੁੱਪ ਕਰਕੇ? ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਜੋ ਮਰਜ਼ੀ ਕਰੇ ਜਾਈਏ, ਅਸੀਂ ਚੰਮਦੀਆਂ ਚਲਾਈਏ ਆਪਦੀਆਂ, ਪਰ ਤੁਸੀਂ ਸਾਨੂੰ ਸਵਾਲ ਨਾ ਪੁੱਛੋ। ਇਹ ਬਹੁਤ ਹੋ ਗਿਆ ਜੀ, ਹੁਣ ਇਸ ਤੋਂ ਬਾਅਦ ਨਹੀਂ ਇਹ ਗੱਲ ਅੱਗੇ ਚੱਲਣੀ, ਸਾਡੀਆਂ ਉਂਗਲਾਂ ਵੀ ਉੱਠਣਗੀਆਂ, ਅਸੀਂ ਸਵਾਲ ਵੀ ਪੁੱਛਾਂਗੇ, ਤੇ ਜਿੱਥੋਂ ਤੱਕ ਰਹੀ ਕੇਸ ਦੀ ਗੱਲ, ਉਹ ਜੇ ਆਪ ਲੜਨਾ ਪਿਆ ਮੈਂ ਆਪ ਲੜੂੰਗਾ ਜੀ, ਜੇ ਕਿਸੇ ਨੂੰ ਖੜਾ ਵੀ ਕਰਨਾ ਪਿਆ, ਕਿਉਂਕਿ ਅੱਜ ਦੀ ਡੇਟ 'ਚ ਸਿਚੁਏਸ਼ਨ ਇਹ ਆ ਵੀ ਸਾਡੇ ਕੋਲੇ ਸੋਸ਼ਲ ਸਾਇੰਟਿਸਟ ਵੀ ਸਾਨੂੰ ਚਾਹੀਦੇ ਆ, ਸਾਨੂੰ ਲੀਗਲ ਮਾਈਂਡਸ ਵੀ ਚਾਹੀਦੇ ਆ, ਸਾਨੂੰ ਇਕੋਨੋਮਿਸਟ ਵੀ ਚਾਹੀਦੇ ਆ, ਸਾਨੂੰ ਮੈਡੀਕਲ ਸਾਇੰਸ ਦੇ ਐਕਸਪਰਟ ਵੀ ਚਾਹੀਦੇ ਆ, ਸਾਨੂੰ ਪੋਲੀਟੀਕਲ ਐਕਸਪਰਟਸ ਵੀ ਚਾਹੀਦੇ ਆ। ਇਹ ਸਾਰੇ ਬੰਦੇ ਅਸੀਂ ਆਪਦੇ ਗਰੁੱਪ 'ਚ ਕ੍ਰੀਏਟ ਕਰਾਂਗੇ, ਇਹਨਾਂ ਨੂੰ ਨਾਲ ਜੋੜਾਂਗੇ। ਜਦੋਂ ਇਹ ਬੰਦੇ ਸਿਰ ਜੋੜ ਕੇ ਬੈਠਣਗੇ, ਇਹ ਬੰਦੇ ਸਮੱਸਿਆਵਾਂ ਨੂੰ ਐਡਰੈਸ ਕਰਨਗੇ, ਤਾਂ ਕਿਸੇ ਹੱਲ 'ਚ ਪਹੁੰਚਾਂਗੇ ਆਪਾਂ, ਕਿਉਂਕਿ ਸਿਚੁਏਸ਼ਨ ਬਹੁਤ ਗੰਭੀਰ ਆ, ਉਹਦੇ ਤੇ ਚਿੰਤਨ ਵੀ ਓਨਾ ਹੀ ਗੰਭੀਰਤਾ ਨਾਲ ਕਰਨਾ ਬਣਦਾ ਜੀ। ਆਮ ਕਰਕੇ ਜਿਵੇਂ ਅੱਜ ਕੱਲ੍ਹ ਜਿਹੜੇ ਜਥੇਦਾਰ ਹੈਗੇ ਆ, ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਜਿਹੜੇ ਉਹ ਅੱਜ ਕੱਲ੍ਹ ਬਿਆਨ ਦਿੰਦੇ ਆ? ਹਾਂਜੀ,
ਦੇਖੋ ਮੈਂ ਇੱਕ ਗੱਲ ਕਹਿਣੀ ਚਾਹਣਾ, ਸਾਨੂੰ, ਸਾਡੀ ਕੌਮ ਨੂੰ, ਸਾਡੇ ਲੋਕਾਂ ਨੂੰ, ਸਾਡੀ ਧਰਤੀ ਨੂੰ ਬਹੁਤ ਧੋਖੇ ਮਿਲੇ ਆ ਜੀ। ਤੁਸੀਂ ਦੇਖ ਲਓ ਵੀ ਸਾਡੇ ਕੋਲੇ ਸਾਨੂੰ ਆਗੂ ਹੀ ਨਹੀਂ ਮਿਲੇ। 47 ਤੋਂ ਬਾਅਦ ਸਾਨੂੰ ਧੋਖੇ ਹੀ ਮਿਲਦੇ ਰਹੇ ਤੇ ਅਸੀਂ ਇੱਥੇ ਆ ਕੇ ਖੜੇ ਹੋ ਗਏ। ਸਾਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਿਲੇ, ਪਰ ਉਹਨਾਂ ਨੂੰ ਵੀ ਅੰਦਰੂਨੀ ਲੀਡਰਸ਼ਿਪ ਨੇ ਬਹੁਤ ਵੱਡੇ ਧੋਖੇ ਦਿੱਤੇ ਤੇ ਜਿਹੜੀ ਇੰਡੀਅਨ ਸਟੇਟ ਨੇ ਉਹਨਾਂ ਨੂੰ ਇੱਕ ਅੱਤਵਾਦੀ ਦਾ ਟੈਗ, ਉਹਨਾਂ ਦੇ ਇੱਕ ਨੈਰੇਟਿਵ ਕ੍ਰੀਏਟ ਕਰਤਾ, ਬਿਰਤਾਂਤ ਰਚਤਾ। ਹੁਣ ਉਹ ਬਿਰਤਾਂਤ ਨੂੰ ਸਮਝਣਾ, ਉਸ ਬਿਰਤਾਂਤ ਦੇ ਉਹਨੂੰ ਡਿਸਟਰੋਏ ਕਰਨਾ ਤੇ ਆਪਦਾ ਬਿਰਤਾਂਤ ਰਚਨਾ, ਇਹ ਸਾਡੇ ਅਲੀਟਸ ਦਾ, ਸਾਡੇ ਇੰਟੈਲੈਕਚੁਅਲ ਮਾਈਂਡਸ ਦਾ ਕੰਮ ਸੀ। ਸਾਡੇ ਕੋਲੇ ਜਿਹੜਾ ਅਲੀਟ ਆ ਉਹ ਨੈਸ਼ਨਲਿਜ਼ਮ ਦੇ ਰੰਗ 'ਚ ਰੰਗਿਆ ਹੋਇਆ, ਰਾਸ਼ਟਰਵਾਦ ਦੇ ਰੰਗ 'ਚ ਰੰਗਿਆ ਹੋਇਆ। ਉਹਨਾਂ ਨੂੰ ਐਂ ਲੱਗਦਾ ਵੀ ਆਹ ਤੁਸੀਂ ਜਿਹੜੀ ਗੱਲ ਕਰਨੇ ਉਹ ਪੁਰਾਣੀ ਗੱਲ ਆ ਯਾਰ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਜੀ, ਵੀ ਗਿਆਨੀ ਹਰਪ੍ਰੀਤ ਸਿੰਘ ਜੀ ਸਤਿਕਾਰਯੋਗ ਆ, ਸਾਡੇ ਸਰਵਉੱਚ ਸਾਡੀ ਸੰਸਥਾ ਦੇ ਉਹ ਮੁਖੀ ਆ, ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਉਹਨਾਂ ਦੇ ਕੁਝ ਸਟੇਟਮੈਂਟਸ ਵੀ ਆਏ ਜਿਹੜੇ ਮੈਨੂੰ ਬਹੁਤ ਵਧੀਆ ਵੀ ਲੱਗੇ, ਵੀ ਉਹਨਾਂ ਨੇ ਸਾਡੀ ਸਿੱਖ ਪੰਥ ਨੂੰ ਅੱਗੇ ਰੱਖ ਕੇ ਉਹ ਸਟੇਟਮੈਂਟਸ ਦਿੱਤੀਆਂ, ਕਿਉਂਕਿ ਜੋ ਰਿਐਲਿਟੀ ਸੀ ਉਹਨਾਂ ਨੇ ਉਹ ਰਿਐਲਿਟੀ ਬਿਆਨ ਕੀਤੀ ਆ। ਤੁਸੀਂ ਉਹਨਾਂ ਨੇ ਸਮੁੱਚਤਾ 'ਚ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੇ ਉਹ ਸਟੇਟਮੈਂਟਸ ਦਿੱਤੀਆਂ, ਪਰ ਹਜੇ ਉਹਨਾਂ ਨੂੰ ਵੀ ਬਹੁਤ ਲੰਬਾ ਪੈਂਡਾ, ਬਹੁਤ ਲੰਬਾ ਸਫ਼ਰ ਤੈਅ ਕਰਨਾ ਪਊਗਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਤੁਹਾਨੂੰ ਕਿਸੇ ਪੋਲੀਟੀਕਲ ਲੀਡਰਸ਼ਿਪ ਨਾਲ ਜੋੜ ਕੇ ਦੇਖਿਆ ਜਾਵੇ। ਤੁਹਾਨੂੰ ਅਸੀਂ ਚਾਹੁੰਦੇ ਹਾਂ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ, ਜਿਹੜੇ ਅਕਾਲ ਤਖਤ ਸਾਹਿਬ ਦੇ ਮੋਹਰੀ ਹੋਣ, ਮੋਢੀ ਹੋਣ, ਉਹਨਾਂ ਨੂੰ ਅਕਾਲੀ ਫੂਲਾ ਸਿੰਘ ਤੋਂ ਸੇਧ ਲੈਣੀ ਚਾਹੀਦੀ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਆਚਰਣ ਹੁੰਦਾ ਜਾਂ ਉਹਨਾਂ ਦਾ ਤਰੀਕੇ ਤੇ ਸਲੀਕੇ ਹੁੰਦੇ ਆ ਉਹ ਕੀ ਹੋਣੇ ਚਾਹੀਦੇ ਆ। ਅਦਰਵਾਈਜ਼ ਸਾਡੀ ਕੌਮ ਨੂੰ ਜਾਂ ਸਾਡੇ ਲੋਕਾਂ ਨੂੰ ਇੱਕ ਸਾਡੇ 'ਚ ਬਹੁਤ, ਤੁਸੀਂ ਇਹ ਕਹਿ ਲਓ ਵੀ ਵੱਡੀ ਸਾਡੇ 'ਚ, ਇਹ ਸਾਡੀ ਪਲੱਸ ਪੁਆਇੰਟ ਵੀ ਆ, ਸਾਡੇ 'ਚ ਇਹ ਨੈਗੇਟਿਵ ਪੁਆਇੰਟ ਵੀ ਆ ਵੀ ਅਸੀਂ ਕੋਈ ਇਮੋਸ਼ਨਲੀ ਜਜ਼ਬਾਤੀ ਬਹੁਤ ਆ। ਜਜ਼ਬਾਤਾਂ 'ਚ ਸਾਨੂੰ ਮਾੜਾ ਜਾ ਕੇ ਕੋਈ ਘੇਰ ਲੈਂਦਾ, ਅਸੀਂ ਉਧਰ ਨੂੰ ਹੀ ਉਲਰ ਜਾਂਦੇ ਹਾਂ। ਹੁਣ ਦੋ ਕੁ ਸਟੇਟਮੈਂਟਾਂ ਜੇ ਜਥੇਦਾਰ ਸਾਹਿਬਾਨ ਆ ਜਿਹੜੇ ਉਹਨਾਂ ਨੇ ਦੇਤੀਆਂ, ਤਾਂ ਸਾਨੂੰ ਚਾਹੀਦਾ ਹਜੇ ਉਹਨਾਂ ਨੂੰ ਪਰਖਾਂਗੇ ਅਸੀਂ ਮਤਲਬ ਕੌਮ ਪਰਖੂਗੀ ਔਰ ਉਹਨਾਂ ਨੂੰ ਦੇਖਾਂਗੇ। ਸਾਨੂੰ ਧੋਖੇ ਬਹੁਤ ਮਿਲੇ ਆ ਜੀ, ਜੇ ਅਸੀਂ ਉਹਨਾਂ ਅਮਲਾਂ 'ਚੋਂ ਸਿੱਖਾਂਗੇ ਨਹੀਂ ਤੇ ਅਸੀਂ ਇੱਕ ਦੋ ਸਟੇਟਮੈਂਟਸ ਤੇ ਨਾ ਉਲਰ ਜੀਏ। ਹਜੇ ਉਹਨਾਂ ਨੂੰ ਬਹੁਤ ਕੁਝ ਪ੍ਰੂਵ ਕਰਨਾ ਪਊਗਾ, ਲੰਬਾ ਪੈਂਡਾ ਤੈਅ ਕਰਨਾ ਪਊਗਾ ਤੇ ਅਦਰਵਾਈਜ਼ ਸਾਡੇ ਲਈ ਸਤਿਕਾਰਯੋਗ ਆ, ਸਾਡੇ ਲਈ ਉਹ ਸੰਸਥਾ ਸਤਿਕਾਰਯੋਗ ਆ। ਅਸੀਂ ਉਸ ਸੰਸਥਾ ਦੇ ਪ੍ਰਤੀ ਸਮਰਪਿਤ ਹਾਂ, ਗੁਰੂ ਖਾਲਸਾ ਪੰਥ ਦੇ ਪ੍ਰਤੀ ਸਮਰਪਿਤ ਹਾਂ। ਤਾਂ ਇਸ ਕਰਕੇ ਮੇਰੀ ਰਾਏ ਤਾਂ ਇਹੀ ਹੈ ਜੀ ਵੀ ਆਪਾਂ ਨੂੰ ਹੁਣ ਬੜਾ ਸੋਚ ਸਮਝ ਕੇ ਦੇਖਣਾ ਪਊਗਾ, ਚੱਲਣਾ ਪਊਗਾ, ਹਰ ਕਿਸੇ ਨੂੰ ਪਰਖ ਕੇ ਹੀ ਉਹਨੂੰ ਇਹ ਮੰਨਣਾ ਪਊਗਾ ਵੀ ਸਾਡਾ ਆਗੂ ਆ। ਤੁਸੀਂ ਪੰਥਕ ਮੁੱਦਿਆਂ ਦੇ ਉੱਤੇ ਬੜੀ ਬੇਬਾਕੀ ਦੇ ਨਾਲ ਬੋਲਦੇ ਹੋ, ਪਰ ਤੁਹਾਡੇ ਦੇ ਇੱਕ ਆਮ ਕਰਕੇ ਦੋਸ਼ ਵੀ ਲੱਗਦਾ ਹੈ ਕਿ ਸਨੀ ਦਿਓਲ ਦੇ ਨਾਲ ਤੁਹਾਡੀ ਬੜੀ ਮਿੱਤਰਤਾ ਹੈ ਤੇ ਸਨੀ ਦਿਓਲ ਤੁਹਾਨੂੰ ਪਤਾ ਵੀ ਕਿਹੜੀ ਪਾਰਟੀ ਚੋਂ ਆਏ ਆ, ਆਪਸ ਦੇ ਵਿੱਚ ਕਿਵੇਂ ਸਮਝੌਤਾ ਕਰਦੇ? ਨਹੀਂ ਜੀ, ਸਮਝੌਤੇ ਸਿਧਾਂਤਕ ਸਮਝੌਤੇ ਨਹੀਂ ਹੁੰਦੇ। ਮੈਂ ਜਿਹੜੀ ਗੱਲ ਇਹ ਕਰਦਾ ਵੀ ਮੈਂ ਉਸ ਪਾਰਟੀ ਦਾ ਜਾਂ ਬੀਜੇਪੀ ਦਾ, ਉਹਨਾਂ ਦੀਆਂ ਨੀਤੀਆਂ ਦਾ ਪੂਰਨ ਰੂਪ 'ਚ ਖੰਡਨ ਕਰਦਾ। ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਜਿਹੜੀ ਪੰਜਾਬ ਦੇ ਹਿੱਤਾਂ 'ਚ ਨਹੀਂ ਸੋਚਦੀ, ਉਹ ਦਿੱਲੀ ਨਾਲ ਜੁੜੀ ਹੋਈ ਆ ਕਿਤੇ ਨਾ ਕਿਤੇ, ਪੂਰਨ ਤੌਰ ਤੇ ਸੰਪੂਰਨ ਤੌਰ 'ਚ ਖੰਡਨ ਕਰਦਾ ਉਹਨਾਂ ਦਾ। ਉਹਨਾਂ ਦੇ ਨਾਲ ਮੇਰਾ ਸਿਧਾਂਤਕ ਕੋਈ ਸਮਝੌਤਾ ਨਹੀਂ ਆ। ਸਿਧਾਂਤਕ ਉਹਨਾਂ ਨਾਲ ਮੇਰੀ ਐਨ ਤੁਸੀਂ ਕਹਿ ਲਓ ਵੀ ਐਨ ਘੁੰਡੀ ਫਸਦੀ ਆ। ਪਰ ਜਿੱਥੋਂ ਤੱਕ ਸਨੀ ਬਾਈ ਦਾ ਸਵਾਲ ਆ, ਸਿਧਾਂਤ ਮੇਰੇ ਨਹੀਂ ਮਿਲਦੇ ਉਹਨਾਂ ਨਾਲ, ਪਰ ਉਹਨਾਂ ਨਾਲ ਇੱਕ ਪਰਿਵਾਰਕ ਪਿਆਰ ਆ। ਉੱਥੇ ਆਪਾਂ ਪਰਿਵਾਰਕ ਪਿਆਰ ਹੋ ਸਕਦਾ, ਪਰ ਜਿੱਥੇ ਉਹ ਗੱਲ ਕਰਦੇ ਆ ਵੀ ਆਹ ਸਾਡੀ ਪਾਰਟੀ ਆਰਡੀਨੈਂਸ ਲੈ ਕੇ ਆ ਰਹੀ ਆ, ਮੈਂ ਸ਼ਰੇਆਮ ਉਹਨਾਂ ਨੂੰ ਇਹ ਕਰਦਾ ਜੀ ਇਹ ਗਲਤ ਆ। ਇਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਤੁਸੀਂ ਹਰਿਆਣੇ ਦੇ ਕਿਸਾਨਾਂ ਨੂੰ ਜਾਂ ਜਿੱਥੇ ਜਿੱਥੇ ਕਿਸਾਨੀ ਵੱਸਦੀ ਆ ਉਹਨਾਂ ਨੂੰ ਲੁੱਟੋਗੇ, ਉਹਨਾਂ ਨੂੰ ਤੁਸੀਂ ਇਸ ਰਾਹ 'ਚ ਪਾਲੋਗੇ ਵੀ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਆ ਜਿਨ੍ਹਾਂ ਦਾ
ਤੁਸੀਂ ਇਹ ਦੇਖੋ ਪੂੰਜੀਵਾਦ ਉਹਨਾਂ 'ਚ ਬਹੁਤ ਵੱਡਾ ਇੱਕ ਐਲੀਮੈਂਟ ਆ, ਔਰ ਪੂੰਜੀਵਾਦ ਦਾ ਮਤਲਬ ਇਹ ਆ ਵੀ ਪੂੰਜੀ ਵੱਧਦੀ ਰਹੇ। ਉਹਦਾ ਇੱਕ ਜਿਹੜਾ ਬੇਸਿਕ ਕੈਰੈਕਟਰ ਇਹ ਆ, ਉਹਦੇ 'ਚ ਜਿਹੜਾ ਉਹ ਤੋਂ ਬਿਨਾਂ ਪੂੰਜੀਵਾਦ ਨਹੀਂ ਹੁੰਦਾ। ਤਾਂ ਇਹ ਕੰਪਨੀਆਂ ਦਾ ਜਿਹੜਾ ਫਾਊਂਡੇਸ਼ਨ ਆ ਜਾਂ ਸਰਕਾਰਾਂ ਦੀ ਵੀ ਫਾਊਂਡੇਸ਼ਨ ਆ, ਉਹ ਟਿਕੀ ਪੂੰਜੀਵਾਦ ਤੇ ਹੋਈ ਆ, ਉਹ ਟਿਕੀ ਸਾਮਰਾਜਵਾਦ ਤੇ ਹੋਈ ਆ। ਤਾਂ ਇਸ ਕਰਕੇ ਸਿਧਾਂਤਕ ਕੋਈ ਮੇਰੇ ਸਮਝੌਤੇ ਨਹੀਂ ਆ। ਸਿਧਾਂਤਕ ਸਮਝੌਤੇ ਮੇਰੀ ਮਿੱਟੀ ਨਾਲ ਆ, ਮੇਰੇ ਲੋਕਾਂ ਨਾਲ ਆ, ਮੇਰੇ ਪੰਜਾਬ ਨਾਲ ਆ ਜੀ। ਜੇ ਅਸੀਂ ਤੁਹਾਡੇ ਕੋਲ ਇੱਕ ਸਵਾਲ ਪੁੱਛੇ ਵੀ ਤੁਸੀਂ ਆਮ ਕਰਕੇ ਜਦੋਂ ਸੋਸ਼ਲ ਮੀਡੀਆ ਤੇ ਬਹੁਤ ਸਵਾਲ ਚੁੱਕਦੇ ਹੋ, ਬਹੁਤ ਮੁੱਦੇ ਉਠਾਉਂਦੇ ਹੋ, ਤੁਹਾਨੂੰ ਲੱਗਦਾ ਵੀ ਜਿੰਨੇ ਮੁੱਦੇ ਤੁਸੀਂ ਉਠਾਏ ਹੈਗੇ ਆ ਹੁਣ ਤੱਕ, ਜਿੰਨੇ ਮਸਲੇ ਉਠਾਏ ਆ, ਉਹਨਾਂ ਦਾ ਕਿਸੇ ਦਾ ਕੋਈ ਹੱਲ ਹੋਇਆ ਅੱਜ ਤੱਕ ਤੁਹਾਨੂੰ ਲੱਗਦਾ ਹੋਵੇ? ਨਹੀਂ ਜੀ, ਨਹੀਂ ਜੀ, ਕੋਈ ਹੱਲ ਨਹੀਂ ਹੋਇਆ, ਕੋਈ ਹੱਲ ਨਹੀਂ ਹੋਇਆ। ਫਿਰ ਤੁਸੀਂ ਇਦਾਂ ਨਹੀਂ ਮੰਨਦੇ ਵੀ ਤੁਹਾਨੂੰ ਬੰਬੇ ਤੋਂ ਅੰਮ੍ਰਿਤਸਰ ਜਾ ਕੇ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਹੈ? ਬਿਲਕੁਲ ਜੀ, ਕਰਨੀ ਚਾਹੀਦੀ ਆ। ਮੈਂ ਜਾ ਵੀ ਰਿਹਾ, ਹਾਲਾਂਕਿ ਮੈਂ ਜੋ ਮੇਰੀ ਵਿਉਂਤ ਜਾਂ ਰਣਨੀਤੀ ਆ ਜਾਂ ਮੈਨੂੰ ਇਹ ਲੱਗਦਾ ਵੀ ਸਾਡੇ ਕੋਲੇ ਕੁਝ ਨਵੇਂ ਟੂਲਸ ਚਾਹੀਦੇ ਆ ਸਾਨੂੰ। ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਉਹ ਇੰਨੀ ਸੌਖੀ ਨਹੀਂ ਆ, ਹਨਾ। ਤਾਂ ਇਸ ਕਰਕੇ ਉਹ ਸਾਰੀ ਗੱਲ ਚੱਲ ਰਹੀ ਆ ਤੇ ਮੈਂ ਜਾ ਵੀ ਰਿਹਾ, ਕਿਉਂਕਿ ਮੇਰੇ ਬੋਲਣ ਨਾਲ ਵੀ ਹੱਲ ਨਹੀਂ ਹੁੰਦਾ। ਮੈਂ ਸੱਚੀ ਗੱਲ ਦੱਸਾਂ ਤਾਂ ਹੱਲ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਸਮੁੱਚਤਾ 'ਚ ਅਸੀਂ ਮਸਲਿਆਂ ਨੂੰ ਜਾਂ ਸਮੱਸਿਆਵਾਂ ਨੂੰ ਨਹੀਂ ਸਮਝਦੇ, ਜਦੋਂ ਤੱਕ ਸਿਰ ਜੋੜ ਕੇ ਨਹੀਂ ਬਹਿੰਦੇ, ਜਦੋਂ ਤੱਕ ਅਸੀਂ ਰਾਜਸੀ ਤੇ ਪੰਥਕ ਮਸਲਿਆਂ ਨੂੰ ਸਮੁੱਚਤਾ 'ਚ ਨਹੀਂ ਦੇਖਦੇ, ਇਹਨਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਇਸ ਕਰਕੇ ਇਹ ਹੱਲ ਨਹੀਂ ਹੋਣੇ ਜਦੋਂ ਤੱਕ ਸਾਡੇ ਉਹ ਲੀਡਰਸ਼ਿਪ ਅਸੀਂ ਖੜੀ ਨਹੀਂ ਕਰਦੇ ਜਿਹੜੀ ਸਿਰਫ ਪੰਜਾਬ ਦੀ ਗੱਲ ਕਰੂਗੀ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਕਰੂਗੀ, ਉਸ ਧਰਤੀ ਦੀ ਗੱਲ ਕਰੂਗੀ। ਉਦੋਂ ਤੱਕ ਕੋਈ ਹੱਲ ਨਹੀਂ ਹੋਣਾ। ਹੱਲ ਲੋਕਾਂ ਨੇ ਹੀ ਕਰਨਾ, ਲੋਕਾਂ ਨੂੰ ਹੀ ਲੱਭਣਾ ਪਊਗਾ। ਉਹਦੇ ਵਾਸਤੇ ਪਹਿਲਾਂ ਸਮਝਣਾ ਪਊਗਾ। ਜੇ ਅਸੀਂ ਕਈ ਵਾਰੀ ਕੌਮਾਂ ਲੰਮੇ ਸਮੇਂ ਤੱਕ ਇਹ ਸਮਝਦੀਆਂ ਰਹਿੰਦੀਆਂ ਵੀ ਸਮਝੀਏ ਤਾਂ ਸਹੀ ਮਸਲੇ ਹੈ ਕੀ, ਤਾਂ ਇਹ ਕੋਈ ਇੱਕ ਰਾਤ ਦੀਆਂ, ਇੱਕ ਹਫ਼ਤੇ ਦੀਆਂ, ਇੱਕ ਮਹੀਨੇ ਦੀ ਖੇਡ ਨਹੀਂ ਆ। ਪਰ ਜੇ ਅਸੀਂ ਆਵਾਜ਼ ਚੁੱਕਣੋਂ ਵੀ ਹਟ ਗਏ, ਜੇ ਲੋਕਾਂ ਦੇ ਮਨਾਂ 'ਚ ਇਹ ਵੀ ਪਾਉਣੋਂ ਹਟ ਗਏ ਵੀ ਦੇਖੋ ਯਾਰ ਸਮੱਸਿਆਵਾਂ ਕਿੰਨੀਆਂ, ਆਪਾਂ ਨੂੰ ਕੁਝ ਕਰਨਾ ਪਊਗਾ, ਫੇਰ ਤਾਂ ਜਮਾਂ ਹੀ ਮਤਲਬ ਜ਼ਮੀਰਾਂ ਹੀ ਮਾਰ ਲਾਂਗੇ ਆਪਦੀਆਂ। ਤੇ ਜ਼ਮੀਰਾਂ ਨੂੰ ਮਾਰਨ ਵਾਸਤੇ ਚੁੱਪ ਰਹਿਣਾ ਐਕਚੁਅਲੀ ਜ਼ਮੀਰਾਂ ਮਾਰਨ ਦਾ ਇੱਕ ਢੰਗ ਹੁੰਦਾ। ਇਸ ਕਰਕੇ ਜਿਹੜਾ ਅਮਲ ਪਾਲਣਾ ਪੈਂਦਾ ਉਹ ਆਵਾਜ਼ ਚੱਕਣ ਦਾ ਪਾਲਣਾ ਪੈਂਦਾ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਉਹ ਆਵਾਜ਼ ਵੱਜਦੀ ਆ ਕਿਸੇ ਦੇ ਦਿਲ 'ਚ, ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਪ੍ਰਭਾਵਿਤ ਕਰਦੀ ਆ। ਤੇ ਉਹ ਪ੍ਰਭਾਵਿਤ ਹੋਣ ਤੇ ਉਹ ਫਿਰ ਜਿਹੜੀ ਐਫਰਟ ਪੈਦਾ ਹੁੰਦੀ ਆ, ਉਹ ਜੇ ਕਲੈਕਟਿਵ ਐਫਰਟ ਹੋ ਜੇ ਤਾਂ ਹੱਲ ਨਿਕਲੇ ਆਉਣਗੇ। ਤੁਸੀਂ ਕਲੈਕਟਿਵ ਐਕਟ ਦੀ ਗੱਲ ਕੀਤੀ, ਐਫਰਟ ਦੀ। ਇਹ ਲੱਖਾ ਸਿਧਾਣਾ ਬਾਈ ਨੇ ਕੱਲ ਹੀ ਇੱਕ ਸਟੇਟਮੈਂਟ ਤੁਹਾਡੇ ਬੜੇ ਹੱਕ ਦੇ ਵਿੱਚ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪਾਂ ਦੀ ਬਾਬਤ। ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਐਸੇ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਲੀਡਰ ਨੇ ਜਾਂ ਕਾਰਜਕਰਤਾ ਸੇਵਾਦਾਰ ਨੇ, ਉਹਨਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਚੱਲਦੀ ਰਹਿੰਦੀ ਹੈ ਜੀ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰੇ ਉੱਥੇ ਜਿਹੜੇ ਅੱਜ ਆਪਣੇ ਪੰਜਾਬ ਦੇ ਵਿਦਵਾਨ ਆ, ਮੈਂ ਹੁਣ ਉਹਨਾਂ ਦੀ ਗੱਲ ਕਰਦਾ। ਸਰਦਾਰ ਅਜਮੇਰ ਸਿੰਘ ਆ, ਆਪਣੇ ਸਰਦਾਰ ਰਣਧੀਰ ਸਿੰਘ ਆ, ਸਰਦਾਰ ਅਜੇਪਾਲ ਸਿੰਘ ਬਰਾੜ ਆ, ਫਿਰ ਆਪਣੇ ਬਲਤੇਜ ਪੰਨੂ ਜੀ ਆ, ਫਿਰ ਆਈ ਹੋਰ ਸਾਡੇ ਉੱਥੇ ਵਕੀਲ ਸਾਹਿਬਾਨ ਆ ਜਿਹੜੇ, ਜਾਂ ਸਾਡੇ ਇਕੋਨੋਮਿਸਟ ਆ ਉੱਥੋਂ ਦੇ, ਜਾਂ ਆਪਣੇ ਪੰਨੂ ਸਾਹਿਬ ਆ, ਸਰਦਾਰ ਹਰਪਾਲ ਸਿੰਘ ਪੰਨੂ, ਹਨਾ। ਇਹਨਾਂ ਸਾਰੇ ਬੰਦਿਆਂ ਨਾਲ, ਜਾਂ ਆਪਣੇ ਉਦੋਕੇ ਸਾਹਿਬ ਆ ਜਿਹੜੇ ਸੁਖਪ੍ਰੀਤ ਸਿੰਘ ਉਦੋਕੇ, ਇਹਨਾਂ ਸਾਰਾ ਬੰਦਿਆਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਜੀ। ਲੱਖੇ ਬਾਈ ਨਾਲ ਵੀ ਤਾਲਮੇਲ ਆਪਣਾ ਕੀਤਾ ਜਾ ਰਿਹਾ, ਖਹਿਰਾ ਸਾਹਿਬ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ, ਫਿਰ ਹੋਰ ਜਿਹੜੇ ਸਾਡੇ ਬੈਂਸ ਸਾਹਿਬ ਉਹਨਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ। ਅਸੀਂ ਇਹ ਚਾਹੁੰਦੇ ਹਾਂ ਵੀ ਇੱਕ ਸਾਰੇ ਇਹ ਪੰਜਾਬ ਦਾ ਇਹਨਾਂ 'ਚ ਦਰਦ ਆ, ਇਹ ਆਪਦੇ ਲੋਕਾਂ ਦਾ ਦਰਦ ਅੰਦਰ ਪਾਲੀ ਬੈਠੇ ਆ, ਇਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰ ਲਈਏ। ਇੱਕ ਮੰਚ ਤੇ ਇਕੱਠਾ ਕਰਕੇ, ਇੱਕ ਮੰਚ ਤੇ ਇਕੱਠੇ ਕਰਦੇ, ਇਹ ਵੀ ਹੋ ਸਕਦਾ ਵੀ ਤੁਸੀਂ ਕੋਈ ਰਾਜਨੀਤੀ ਪਾਰਟੀ ਬਣਾ ਲਵੋ। ਦੇਖੋ ਜੀ, ਮੈਂ ਇੱਕ ਗੱਲ 'ਚ ਵਿਸ਼ਵਾਸ ਰੱਖਦਾ, ਮੈਂ ਜਿਹੜੀਆਂ ਰਵਾਇਤੀ ਰਾਜਨੀਤੀ ਪਾਰਟੀਆਂ ਉਹਨਾਂ ਨਾਲ ਤਾਂ ਮੇਰੀ
ਵਿਚਾਰਧਾਰਾ ਮੇਲ ਹੀ ਨਹੀਂ ਖਾਂਦੀ, ਕਿਉਂਕਿ ਮੇਰੀ ਵਿਚਾਰਧਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨਿਕਲੀ ਹੋਈ ਆ। ਹੁਣ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ, ਮੈਂ ਗੱਲ ਇਹ ਕਹਿੰਦਾ ਸਾਡੇ ਕੋਲ ਇੱਕ ਮਾਡਲ ਆ, ਜਿਹੜਾ ਮਾਡਲ ਰਾਜਸੀ, ਆਰਥਿਕ ਤੇ ਸਮਾਜਿਕ ਪ੍ਰੋਸਪੈਰਿਟੀ ਲਈ ਬਹੁਤ ਸਾਰਥਿਕ ਸਿੱਧ ਹੋ ਸਕਦਾ ਜੀ, ਤੇ ਉਹ ਅਸੀਂ ਕਰਕੇ ਦਿਖਾਇਆ। ਉਹ ਤੁਸੀਂ ਇਹ ਦੇਖ ਲਓ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ 40 ਸਾਲ, 10 ਸਾਲ ਉਹਨਾਂ ਦੀ ਮੜੀ ਰਾਜ ਕਰਦੀ ਰਹੀ, ਉਹ 50 ਸਾਲ ਅਸੀਂ ਕਰਕੇ ਦਿਖਾਇਆ ਜੀ। ਉਹ ਜਿਹੜਾ ਮਾਡਲ ਆ ਸਾਡੇ ਕੋਲੇ, ਹੁਣ ਇੱਥੇ ਅਸੀਂ ਧਰਮ ਦੀ ਗੱਲ ਨਹੀਂ ਕਰ ਰਹੇ, ਅਸੀਂ ਇੱਕ ਇਹੋ ਜਿਹੇ ਮਾਡਲ ਦੀ ਗੱਲ ਕਰ ਰਹੇ ਹਾਂ ਜਿਹਦੇ ਚ ਇਹ ਕਿਹਾ ਗਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜੀ, ਜਿਹਦੇ ਚ ਵਿਦਿਆ ਇਸ ਕਰਕੇ ਨਹੀਂ ਲੈਣੀ ਬਣਦੀ ਵੀ ਤੁਸੀਂ ਆਪਦੇ ਆਪ ਨੂੰ ਕਿੰਨਾ ਕੁ ਰਿਚ ਕਰ ਲਓਗੇ ਜਾਂ ਆਪਦੇ ਆਪ ਨੂੰ ਤੁਸੀਂ ਸਵਾਰਥਾਂ ਚ ਕਿੰਨਾ ਕੁ ਤੁਸੀਂ ਡੂੰਘਾ ਆਪਦੇ ਆਪ ਨੂੰ ਲੈ ਜਾਓਗੇ। ਵਿਦਿਆ ਇਸ ਕਰਕੇ ਲੈਣੀ ਆ ਵੀ ਪਰਉਪਕਾਰ ਕਰ ਸਕੀਏ, ਜਿਹਦੇ ਚ ਸਬਰ ਤੇ ਸੰਤੋਖ ਸਿਖਾਇਆ ਗਿਆ, ਜਿਹਦੇ ਚ ਇਹ ਸਿਖਾਇਆ ਗਿਆ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ, ਜਿਹਦੇ ਚ ਹੋਰ ਬਹੁਤ ਐਸੇ ਸਿਧਾਂਤ ਸਿਖਾਏ ਗਏ ਆ ਵੀ ਅਸੀਂ ਮਨੁੱਖਤਾ ਨੂੰ ਕਿਵੇਂ ਸਮਝਣਾ ਜਾਂ ਇਸ ਸਾਰੇ ਸ੍ਰਿਸ਼ਟੀ ਦੇ ਨੇਚਰ ਦੇ ਵਰਤਾਰੇ ਨੂੰ ਕਿਵੇਂ ਸਮਝਣਾ, ਹਨਾ। ਜਿਹਦੇ ਚ এনवायरमेंट ਦੀ ਗੱਲ ਕੀਤੀ ਗਈ ਹੈ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤਾਂ ਤੁਸੀਂ ਦੇਖੋ এনवायरमेंट ਦੀ ਗੱਲ ਕਿਸ ਫਲਸਫੇ ਦੇ ਨਾਲ ਉਹਨੂੰ ਜੋੜ ਕੇ ਕੀਤੀ ਗਈ ਆ, ਕਿਸ ਉਦੋਂ ਜੋ ਦਰਜਾ ਦਿੱਤਾ ਗਿਆ ਉਹ ਕਿਸ ਤਰ੍ਹਾਂ ਦਾ ਦਰਜਾ ਦਿੱਤਾ ਗਿਆ। ਤਾਂ ਇਸ ਕਰਕੇ ਜਿਹੜੀ ਇੱਕ ਸੋਸ਼ਲ, ਪੋਲੀਟੀਕਲ ਐਂਡ ਇਕਨੋਮਿਕ ਪ੍ਰੋਸਪੈਰਿਟੀ ਆ, ਉਹਦਾ ਮਾਡਲ ਸਾਡੇ ਕੋਲੇ ਹੈਗਾ। ਅਸੀਂ ਇਹ ਚਾਹੁੰਦੇ ਆ ਵੀ ਸਾਡਾ ਜਿਹੜਾ ਮਾਡਲ ਆ ਉਹਨੂੰ ਤੁਸੀਂ ਇੱਕ ਵਾਰੀ ਲਾਗੂ ਤੱਕ ਕਰੋ, ਜਿਹਦੇ ਚ ਡਾਇਵਰਸਿਟੀ ਤੁਸੀਂ ਕਹਿ ਲਓ ਵੀ ਆਪਣੀ ਡਾਇਵਰਸਿਟੀ, ਬਾਇਓਡਾਇਵਰਸਿਟੀ ਦੋਨਾਂ ਨੂੰ ਐਡਰੈਸ ਕੀਤਾ ਗਿਆ। ਦੋਨੇ ਕਿੰਨੇ ਇੰਪੋਰਟੈਂਟ ਆ, ਅਦਰਵਾਈਜ਼ ਜਿਹੜੀ ਇੱਕ ਰਿਐਲਿਟੀ ਆ ਉਹਦੇ ਚ ਬਹੁਤ ਤਰ੍ਹਾਂ ਦੇ ਕੌਨਫਲਿਕਟ ਹੁੰਦੇ ਆ, ਉਹਦੇ ਚ ਬਹੁਤ ਤਰ੍ਹਾਂ ਦੀਆਂ ਕੰਟਰਾਡਿਕਸ਼ਨਸ ਹੁੰਦੀਆਂ, ਉਹਦੇ ਚ ਉਹ ਕੰਟਰਾਡਿਕਸ਼ਨ, ਕੌਨਫਲਿਕਟ ਇੰਟਰਡਿਪੈਂਡੈਂਟ ਕਿਵੇਂ ਆ ਆਪਸ ਚ, ਫਿਰ ਉਹ ਇੰਟਰੈਕਟ ਕਿਵੇਂ ਕਰਦੇ ਆ, ਫਿਰ ਉਹਦਾ ਟੋਟਲ ਇੰਪੈਕਟ ਕੀ ਆ। ਇਹ ਬਹੁਤ ਗੁੰਝਲਦਾਰ ਮਸਲੇ ਆ ਜੀ, ਇਹ ਇੱਕ ਪੂਰਾ ਵਰਤਾਰਾ, ਇਹਨੂੰ ਸਮਝਣਾ ਪਊਗਾ। ਤੇ ਇਸ ਕਰਕੇ ਸਾਡਾ ਜਿਹੜਾ ਫਲਸਫਾ, ਜਿਹੜੀਆਂ ਰੂਹਾਂ ਗੁਰੂ ਸਾਹਿਬਾਨਾਂ ਨੇ ਸਿਰਜੀਆਂ 250 ਸਾਲ ਜਿਹੜੇ ਅਮਲਾਂ ਤੇ ਸਾਨੂੰ ਲਾਇਆ, ਅਸੀਂ ਉਹਨਾਂ ਤੋਂ ਦੂਰ ਹੋ ਗਏ ਤੇ ਅਸੀਂ ਸਮਾਜਿਕ ਕੁਰੀਤੀਆਂ ਚ ਪੈ ਗਏ। ਜਦੋਂ ਤੱਕ ਅਸੀਂ ਉਹਨਾਂ ਅਮਲਾਂ ਚ, ਉਹਨਾਂ ਆਦਰਸ਼ਾਂ ਚ ਵਾਪਸ ਨਹੀਂ ਜਾਂਦੇ ਤੇ ਉਸ ਫਲਸਫੇ ਨੂੰ ਅਡਾਪਟ ਨਹੀਂ ਕਰਦੇ, ਹੱਲ ਨਿਕਲਣੇ ਬੜੇ ਮੁਸ਼ਕਿਲ ਆ। ਇਸ ਕਰਕੇ ਮੇਰੀ ਜਿਹੜੀ ਅਰਦਾਸ ਆ ਉਹ ਪੰਜਾਬ ਲਈ ਇਸ ਕਰਕੇ ਰਹਿੰਦੀ ਆ ਕਿਉਂਕਿ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ, ਔਰ ਪੰਜਾਬ ਦੀ ਧਰਤੀ ਆ ਜਿਹੜੀ ਉਹ ਉਸ ਫਲਸਫੇ ਤੋਂ ਹੀ ਪ੍ਰਭਾਵਿਤ ਆ। ਤੇ ਜਦੋਂ ਤੱਕ ਅਸੀਂ ਆਪਦੇ ਪੰਜਾਬ ਦੀ ਗੱਲ ਨਹੀਂ ਕਰਾਂਗੇ, ਆਪਦੇ ਲੋਕਾਂ ਦੀ, ਆਪਦੀ ਧਰਤੀ ਦੀ ਗੱਲ ਨਹੀਂ ਕਰਾਂਗੇ, ਉਦੋਂ ਬਾਅਦ ਸਾਡੇ ਲਈ ਕੋਈ ਦੇਸ਼ ਆਉਂਦਾ ਜੀ, ਪਹਿਲਾਂ ਸਾਡੇ ਲਈ ਸਾਡਾ ਪੰਜਾਬ ਆਉਂਦਾ। ਤਾਂ ਇਹ ਗੱਲ ਨੂੰ ਸਮਝਣਾ ਇਹ ਪੋਲੀਟੀਕਲ ਲੀਡਰਸ ਲਈ ਬਹੁਤ ਜ਼ਰੂਰੀ ਆ। ਇਸ ਕਰਕੇ ਮੈਂ ਕਹਿ ਰਿਹਾ ਇੱਕ ਮੰਚ ਤੇ ਉਹੀ ਇਕੱਠੇ ਹੋਣਗੇ ਜਿਹੜੇ ਪੰਜਾਬ ਦੀ ਗੱਲ ਕਰਦੇ ਆ। ਲਾਸਟ ਦੇ ਵਿੱਚ ਇੱਕੋ ਸਵਾਲ ਇਹ ਹੈ ਕਿ ਤੁਸੀਂ ਪੰਥ ਦੀ ਗੱਲ ਕਰਦੇ ਹੋ, ਪੰਜਾਬੀਅਤ ਦੀ ਗੱਲ ਕਰਦੇ ਹੋ, ਆਮ ਕਰਕੇ ਤੁਹਾਡੇ ਜਿਹੜੇ ਅਸੀਂ ਕਮੈਂਟਸ ਵਗੈਰਾ ਪੜ੍ਹਦੇ ਆ ਉਹ ਤੁਹਾਡੇ ਤੋਂ ਬਹੁਤ ਲੋਕੀ ਉਮੀਦ ਰੱਖਦੇ ਆ ਤੇ ਆਸ ਵੀ ਰੱਖਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਤੁਸੀਂ ਵੀ ਸਾਬਤ ਸੂਰਤ ਹੋਣ ਵਾਲੇ ਪਾਸੇ ਜਾਣ ਦੀ ਤਿਆਰੀ ਕਰਦੇ ਹੋਵੋ। ਹਾਂਜੀ, ਦੇਖੋ ਮੇਰਾ ਜਿਹੜਾ ਬਚਪਨ ਆ ਉਹ ਵੀ ਪੰਜਾਬ ਤੋਂ ਬਾਹਰ ਬੀਤਿਆ ਮੇਰਾ। ਫਿਰ ਮੈਂ ਪੜ੍ਹਿਆ ਪੰਜਾਬ ਤੋਂ ਬਾਹਰ, ਮੈਂ ਪੂਨੇ ਪੜ੍ਹਿਆ, ਫਿਰ ਮੈਂ ਲੰਡਨ ਗਿਆ, ਹਨਾ। ਤਾਂ ਹੁਣ ਜਿਹੜੀ ਗੱਲ ਆ ਵੀ ਕਈ ਵਾਰੀ ਤੁਹਾਡੇ ਚ ਕਮੀਆਂ ਹੁੰਦੀਆਂ, ਪਰ ਤੁਸੀਂ ਹੌਲੀ ਹੌਲੀ ਆਪਦੀ ਕੌਮ ਪ੍ਰਤੀ, ਆਪਦੀ ਮਿੱਟੀ ਪ੍ਰਤੀ, ਆਪਦੇ ਸਿੱਖ ਗੁਰੂ ਸਾਹਿਬਾਨ ਸਾਡੇ ਫਲਸਫੇ ਪ੍ਰਤੀ ਬੜੇ ਕਲੀਅਰ ਹੁੰਦੇ ਜਾਂਦੇ ਹੋ। ਹੌਲੀ ਹੌਲੀ ਕਮੀਆਂ ਨੂੰ ਦੂਰ ਕਰਦੇ ਜਾਂਦੇ ਹੋ। ਅੱਜ ਮੇਰੇ ਚ ਬਹੁਤ ਕਮੀਆਂ, ਤੇ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਬਖਸ਼ਿਸ਼ ਕਰਨ ਵੀ ਮੈਂ ਸਾਬਤ ਸਰੂਪ ਵੀ ਹੋ ਜਾ ਤੇ ਮੈਂ ਉਹਨਾਂ ਕਮੀਆਂ ਨੂੰ ਦੂਰ ਵੀ ਕਰਾਂ। ਪਰ ਇਸ ਦੇ ਚੱਲਦੇ ਇਹ ਨਹੀਂ ਹੋ ਸਕਦਾ ਵੀ ਮੈਂ ਆਵਾਜ਼ ਵੀ ਨਾ ਚੱਕਾਂ, ਮੈਂ ਆਪਦੇ ਲੋਕਾਂ ਦਾ ਦਰਦ ਨਾ ਆਪਦੇ ਅੰਦਰ ਪਾਲਾਂ, ਜਾਂ ਮੈਂ ਉਹਨਾਂ ਦੀ ਗੱਲ ਨਾ ਕਰਾਂ ਜਦੋਂ ਤੱਕ ਮੈਂ ਸਾਬਤ ਸਰੂਪ ਨਹੀਂ ਹਾਂ। ਤਾਂ ਇਹ ਗੱਲ ਵੀ ਨਹੀਂ ਹੋ ਸਕਦੀ, ਕਿਉਂਕਿ ਦੇਖੋ ਜਿਵੇਂ ਮੈਂ ਕਿਹਾ, ਸਿੱਖੀ ਤੇ ਗੱਲ ਸਾਡੇ ਜਿਹੜੇ ਸਿੱਖ ਵਿਦਵਾਨ ਆ ਉਹ ਕਰਨਗੇ, ਜਿਹੜੇ ਸਾਡੇ ਸਿੱਖ ਮਾਈਂਡਸ ਆ ਉਹ ਕਰਨਗੇ। ਮੈਂ ਪੰਜਾਬ ਦੀ ਗੱਲ ਕਰ ਰਿਹਾ, ਮੇਰਾ ਜਿਹੜਾ ਇੱਕ
ਮਾੜੀ ਮੋਟੀ ਕੰਟਰੀਬਿਊਸ਼ਨ ਆ ਜਿਹੜੀ ਕਿ ਮੈਂ ਦੇ ਸਕਦਾ, ਉਹ ਉਸ ਮਿੱਟੀ ਦੇ ਪ੍ਰਤੀ ਸਮਰਪਿਤ ਆ। ਹੁਣ ਕਿਸ ਰੂਪ ਚ 10ਵੇਂ ਪਾਤਸ਼ਾਹ ਨੇ ਜਾਂ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਫਿਰ 10ਵੇਂ ਪਾਤਸ਼ਾਹ ਨੇ ਲੈਣੀ ਆ, ਉਹਦੀ ਬਖਸ਼ਿਸ਼ ਉਹਨਾਂ ਨੇ ਹੀ ਕਰਨੀ ਆ। ਮੈਂ ਤਾਂ ਨਿਭਾਉਣਾ ਵੀ ਉਹਨਾਂ ਨੇ, ਜੇ ਮੇਰੇ ਤੋਂ ਨਿਭਾ ਜਾਣਾ ਤਾਂ ਮੇਰੇ ਹੱਥ 'ਚ ਕੀ ਹੈ ਜੀ, ਮੇਰੇ ਹੱਥ 'ਚ ਕੁਛ ਨਹੀਂ ਆ। ਅਸੀਂ ਅਰਦਾਸ ਕਰਦੇ ਹਾਂ ਤੁਹਾਡੀ ਚੜ੍ਹਦੀ ਕਲਾ ਦੇ ਵਾਸਤੇ, ਜਿਹੜਾ ਜਜ਼ਬਾ ਤੁਸੀਂ ਪੰਜਾਬ, ਪੰਜਾਬੀਅਤ ਅਤੇ ਸਿੱਖ ਪੰਥ ਦੇ ਵਾਸਤੇ ਆਪਣੇ ਹਿਰਦੇ ਵਿੱਚ ਰੱਖਿਆ ਹੋਇਆ, ਤੇ ਵਾਹਿਗੁਰੂ ਅੱਗੇ ਅਰਦਾਸ ਹੈ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਥੈਂਕ ਯੂ ਸੋ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਨੂੰ ਤੁਸੀਂ ਆਪਣਾ ਬਿਜੀ ਸਕੈਜੂਲ ਵਿੱਚੋਂ ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ। ਨਹੀਂ ਜੀ, ਤੁਹਾਡਾ ਬਹੁਤ ਧੰਨਵਾਦ that ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਆਪਾਂ ਕੁਝ ਚਰਚਾ ਕੀਤੀ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।